ਇਹਨਾਂ ਨੂੰ 10-10 ਆਉਂਦੇ। ਤੁਸੀਂ ਇਹ ਦੇਖੋ ਕਿੱਡੇ ਹੱਡ ਕਿੰਨੇ ਪੱਕੇ ਨੇ, ਮਤਲਬ ਕਰਪਸ਼ਨ ਦੇ ਵਿੱਚ ਇਹਨਾਂ ਦੇ ਹੱਡ ਪੱਕ ਗਏ ਨੇ ਵੀ ਮਾਰੀ ਜਾਓ ਕੋਈ ਗੱਲ ਨਹੀਂ, ਸਾਡੇ ਤੇ ਕੋਈ ਅਸਰ ਨਹੀਂ ਹੈਗਾ, ਅਸੀਂ ਦੰਦ ਕੱਢੀ ਜਾਵਾਂਗੇ। ਉਹਨੂੰ ਕਮਿਸ਼ਨਰ ਵੀ ਲਾ ਦਿਓ ਜੀ, ਉਹਨੂੰ ਕੋਈ ਫਰਕ ਨਹੀਂ ਹੈਗਾ, ਉਹਨੂੰ ਕਮਿਸ਼ਨਰ ਵੀ ਲਾ ਦਿਓ। ਉਹ ਨਹੀਂ ਜੀ ਨਹੀਂ, ਲੋਕਾਂ ਦਾ ਪੈਸਾ ਤੁਸੀਂ ਸਿੱਧਾ ਇਹਨਾਂ ਦੀ ਜੇਬ 'ਚ ਹੀ ਪਾ ਦਿਓ। ਕਾਹਦੇ ਕਾਰਪੋਰੇਸ਼ਨ 'ਚ ਜਮ੍ਹਾਂ ਕਰਾਉਂਦੇ ਹੋ, ਫਿਰ ਕਾਰਪੋਰੇਸ਼ਨ 'ਚੋਂ ਇਹ ਠੇਕੇਦਾਰ ਨੂੰ ਦਿੰਦੇ ਆ, ਫਿਰ ਠੇਕੇਦਾਰ ਅੱਗੋਂ ਇਹਨਾਂ ਨੂੰ ਦਿੰਦੇ ਆ, ਤੇ ਇਹ ਅੱਗੋਂ ਕਮਿਸ਼ਨਾਂ ਲੈਂਦੇ ਆ ਤੇ ਸੈਟਲਮੈਂਟਾਂ ਕਰਦੇ ਆ। ਸਿੱਧਾ ਹੀ ਕਹਿ ਦਿਓ ਵੀ ਫਲਾਂ ਆਹ ਨੰਬਰ ਵਾਰਡ ਦੇ ਬੰਦੇ ਫਲਾਂ ਅਫਸਰ ਦੀ ਜੇਬ 'ਚ ਪੈਸੇ ਪਾਓ। ਆ ਗਿਆ ਤੁਹਾਡਾ ਰੈਵਨਿਊ, ਠੀਕ ਆ, ਮੰਨ ਲਾਂਗੇ। ਇਹ ਤਾਂ ਇੱਥੇ ਤੱਕ ਹਾਲ ਆ। ਮੈਂ ਤਾਂ ਸਿੱਧਾ ਕਹਿੰਦਾ ਪਿਆ, ਇਹਨਾਂ ਨੇ ਕਰਨਾ ਜੋ ਕਰਨਾ ਮੇਰਾ। ਇੱਕ ਪਾਸੇ ਤਾਂ ਕਹਿੰਦੇ ਸਰਕਾਰ ਖਜ਼ਾਨਾ ਖਾਲੀ, ਇੱਕ ਪਾਸੇ ਇਸ ਤਰੀਕੇ ਨਾਲ ਜੇਬਾਂ ਭਰੀ ਜਾਂਦੇ। ਸਰ ਜਦੋਂ 212 ਕਰੋੜ ਦੇ ਪੈਚ ਲੱਗ ਜਾਣਗੇ ਤੇ ਖਜ਼ਾਨਾ ਖਾਲੀ ਹੋਊਗਾ। ਮੇਰੀ ਇੱਕ ਗੱਲ ਸੁਣੋ, ਜਦੋਂ 212 ਆ ਮੈਂ ਇੱਕ ਡਿਟੇਲ ਦੇਖਦਾ ਸੀ, ਮੁੱਖ ਮੰਤਰੀ ਨੇ ਪਤਾ ਲੱਗਿਆ ਜੀ 166 ਕਰੋੜ ਰੁਪਈਆ ਹਵਾਈ ਯਾਤਰਾ ਦੇ ਖਰਚ ਕੀਤਾ 9 ਸਾਲਾਂ ਦੇ ਵਿੱਚ। 9 ਸਾਲਾਂ 'ਚ ਹਵਾਈ ਖਰਚਾ ਤਾਂ ਹੋਇਆ 166 ਕਰੋੜ, ਪੈਚ ਲੱਗ ਗਏ 212 ਕਰੋੜ ਦੇ। ਯਾਰ ਕਮਾਲ ਹੋ ਗਈ ਤੁਹਾਡੀ। ਇਹ ਕੀ ਕਿੱਧਰ ਨੂੰ ਕਰ ਰਹੇ ਹੋ ਤੁਸੀਂ? ਇਹ ਕਿਸੇ ਕੰਟਰੈਕਟਰ ਨੂੰ ਇਹਨਾਂ ਨੇ ਪਰਨੋਟ ਲਿਖ ਕੇ ਦਿੱਤਾ ਹੋਵੇ ਜੀ, ਕਮਿਸ਼ਨ ਦੇ ਵੰਡੇ ਪਰਨੋਟ ਦਿੱਤਾ ਹੋਵੇ ਜਾਂ ਕੋਈ ਰਸੀਦ ਦਿੱਤੀ ਹੋਵੇ, ਲਿਆਉਣ ਤੇ ਫਿਰ ਵੇਖ ਲੈਂਦੇ ਆ। ਮੇਰੀ ਇੱਕ ਗੱਲ ਸੁਣੋ, ਠੀਕ ਹੈ ਨਾ। ਹੁਣ ਉਹ ਕਹਿੰਦੇ ਸਾਡੇ ਕੋਲ ਸਬੂਤ ਹੈ, ਮੇਰੀ ਗੱਲ ਹੋਈ ਸੀ, ਸਬੂਤ ਹੈਗੇ, ਸਾਡੇ ਕੋਲ ਆਡੀਓ ਵੀ ਪ੍ਰੂਫ ਆ, ਵੀਡੀਓ। ਮੈਂ ਕਹਿੰਦਾ ਜੀ ਦੇਖੋ, ਮੈਂ ਇਹਦੇ ਵਿੱਚ ਮੈਂ ਬਿਲਕੁਲ ਨਹੀਂ ਕਹਿੰਦਾ ਕਿ ਅਫਸਰ ਇਹਦੇ ਵਿੱਚ ਦੁੱਧ ਤੇ ਧੁਲੇ ਹੋਏ ਨੇ ਜਾਂ ਧੁਲੇ ਹੋਏ ਨੇ। ਇਹ ਸਾਰੇ ਇਕੱਠੇ ਹੀ ਨੇ, ਗੱਲ ਸਮਝ ਲਓ ਤੁਸੀਂ। ਨਮਸਕਾਰ, ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਜੇਸ਼ ਮਹਿਰਾ। ਅੱਜ ਬੜੇ ਜਵਲਨਸ਼ੀਲ ਮੁੱਦੇ ਤੇ ਗੱਲ ਕਰਾਂਗੇ, ਲੁਧਿਆਣਾ ਨਗਰ ਨਿਗਮ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ। ਅੱਜ ਅਸੀਂ ਉਸ ਸ਼ਖਸ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਜਿਹੜੇ ਬੜੇ ਸਾਲਾਂ ਤੋਂ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜ ਰਹੇ ਨੇ। ਉਹ ਲੜਾਈ ਜਿਹੜੀ ਲੋਕਾਂ ਦੇ ਪੈਸੇ ਨਾਲ, ਸਰਕਾਰਾਂ ਦੇ ਖਜ਼ਾਨੇ, ਭ੍ਰਿਸ਼ਟਾਚਾਰ ਨੂੰ ਨੰਗਾ ਕਰਨ ਵਾਸਤੇ ਜਿਨ੍ਹਾਂ ਨੂੰ ਖੋਰਾ ਲਾ ਰਹੇ ਨੇ ਲੋਕ, ਉਹਨਾਂ ਦੀ ਲੜਾਈ ਲੜ ਰਹੇ ਨੇ। ਉਹ ਸ਼ਖਸ ਨੇ ਤੁਹਾਨੂੰ ਰੂਬਰੂ ਕਰਾ ਦਿੰਦਾ। ਉਹਨਾਂ ਨੇ ਪਿੱਛੇ ਵੀ ਬਹੁਤ ਸਾਰੇ ਉਜਾਗਰ ਕੀਤੇ ਨੇ, ਚਾਹੇ ਉਹ ਨਗਰ ਨਿਗਮ ਵਿੱਚ 212 ਕਰੋੜ ਰੁਪਏ ਲੁਧਿਆਣਾ ਦੀਆਂ ਸੜਕਾਂ ਦੀ ਮੁਰੰਮਤ 'ਤੇ ਲਾਤੇ ਹੋਣ, ਚਾਹੇ 177 ਕਰੋੜ ਰੁਪਏ ਦੀਆਂ ਨਵੀਆਂ ਸੜਕਾਂ ਬਣੀਆਂ ਹੋਣ, ਚਾਹੇ ਜਿਹਨੂੰ ਕਹਿੰਦੇ ਆ ਨਵੀਆਂ ਬਿਲਡਿੰਗਾਂ, ਜਿੱਥੇ ਕਿ ਚਾਂਦ ਸਿਨੇਮਾ ਦੇ ਵਿੱਚ ਵੀ ਇਹਨਾਂ ਨੇ ਖੁਲਾਸਾ ਕੀਤਾ ਸੀਗਾ। ਉਹਦੇ ਕੋਲ ਦੇ ਵਿੱਚ ਚਾਂਦ ਸਿਨੇਮਾ ਦੇ ਕੋਲ ਬਹੁਤ ਸਾਰੀਆਂ ਬਿਲਡਿੰਗਾਂ ਸੀ ਨਜਾਇਜ਼, ਉਹਨਾਂ ਦਾ ਵੀ ਖੁਲਾਸਾ ਕੀਤਾ ਸੀ। ਚਾਹੇ ਇੰਪਰੂਵਮੈਂਟ ਟਰਸਟ ਦੇ ਵਿੱਚ ਘੁਟਾਲੇ ਦਾ ਗੱਲ ਕੀਤੀ ਜਾਵੇ, ਚਾਹੇ ਹੈਬੋਵਾਲ ਦੇ ਵਿੱਚ ਜਿਹੜੀਆਂ ਡੈਰੀਆਂ ਉਹਨਾਂ ਵਿੱਚ ਨਜਾਇਜ਼ ਕਬਜ਼ੇ ਹੋਏ, ਉਹਨਾਂ ਦੀਆਂ ਗੱਲ ਕੀਤੀ ਜਾਵੇ। ਬਹੁਤ ਸਾਰੇ ਇਹਨਾਂ ਨੇ ਖੁਲਾਸੇ ਕੀਤੇ ਨੇ। ਪਰ ਅੱਜ ਅਸੀਂ ਗੱਲ ਕਰਾਂਗੇ ਨਗਰ ਨਿਗਮ ਦੇ ਵਿੱਚ ਭ੍ਰਿਸ਼ਟਾਚਾਰ ਦੀ। ਕਿਹੜੇ ਕਿਹੜੇ ਡਿਪਾਰਟਮੈਂਟ ਵਿੱਚ ਭ੍ਰਿਸ਼ਟਾਚਾਰ ਹੈ, ਇਹਨਾਂ ਨੇ ਬਹੁਤ ਸਾਰੀਆਂ RTI ਮੰਗਵਾਈਆਂ। ਆਓ ਤੁਹਾਨੂੰ ਰੂਬਰੂ ਕਰਾ ਦੇਵਾਂ। ਆਰਟੀਵਿਸਟ ਜਿਹੜੇ ਨੇ ਸਾਡੇ ਰੋਹਿਤ ਸੱਭਰਵਾਲ ਜੀ, RTI ਦੇ ਐਕਟਿਵਿਸਟ ਨੇ। ਬਹੁਤ ਬਹੁਤ ਸਵਾਗਤ ਹੈ ਜੀ ਰੋਹਿਤ ਜੀ। ਅੱਜ ਗੱਲ ਕਰਾਂਗੇ ਰੋਹਿਤ ਜੀ, ਤੁਸੀਂ ਬਹੁਤ ਸਾਲਾਂ ਤੋਂ ਲੜਾਈ ਲੜ ਰਹੇ ਹੋ ਭ੍ਰਿਸ਼ਟਾਚਾਰ ਦੀ। ਕੀ ਸਮਝਦੇ ਹੋ ਵੀ ਇਹ ਭ੍ਰਿਸ਼ਟਾਚਾਰ 'ਚ ਤੁਸੀਂ ਹਜੇ ਤੱਕ ਜਿੰਨੀਆਂ ਲੜਾਈਆਂ ਲੜੀਆਂ, ਕਿਸੇ ਹੱਦ ਤੱਕ ਤੁਸੀਂ ਸਫਲ ਹੋਏ ਹੋ? ਦੇਖੋ, ਜਿੱਥੋਂ ਤੱਕ ਤਾਂ ਸਫਲਤਾ ਦੀ ਗੱਲ ਹੈ, ਸਰਕਾਰ ਪੱਧਰ ਤੇ ਤਾਂ ਕੋਈ ਸਫਲਤਾ ਨਹੀਂ ਮਿਲੀ ਜੀ। ਹਜ਼ਾਰਾਂ ਸ਼ਿਕਾਇਤਾਂ ਸੈਂਕੜੇ ਮਾਮਲਿਆਂ 'ਚ ਕਰ ਲਈਆਂ। ਜੋ ਕੋਈ ਵੀ ਸਫਲਤਾ ਮਿਲੀ ਤਾਂ ਜਾ ਕੇ ਕੋਰਟਾਂ ਦੇ ਵਿੱਚੋਂ ਰਿਲੀਫ ਲੈਣਾ ਪਿਆ, ਚਾਹੇ ਲੋਅਰ ਕੋਰਟ 'ਚੋਂ ਚਾਹੇ ਹਾਈ ਕੋਰਟ 'ਚੋਂ। ਉੱਥੋਂ ਜਾ ਕੇ ਰਿਲੀਫ ਦਿੱਤਾ, ਕੋਰਟਾਂ ਨੇ ਰਿਲੀਫ ਦਿੱਤਾ, ਤਾਂ ਜਾ ਕੇ ਕਾਰਵਾਈਆਂ ਹੋਈਆਂ। ਤੇ ਸਰਕਾਰ ਕੋਈ ਵੀ ਰਹੀ ਹੋਵੇ, ਕਿਸੇ ਵੀ ਪਾਰਟੀ ਦੀ ਰਹੀ ਹੋਵੇ, ਲੇਕਿਨ ਉਹਦੇ ਵਿੱਚ ਸਾਨੂੰ ਕਿਸੇ ਵੀ ਪਾਸਿਓਂ ਜਿਹੜਾ ਹੈ, ਹਾਂ ਇੰਨਾ ਜ਼ਰੂਰ ਰਿਹਾ ਕਿ ਪਹਿਲਾਂ ਇੱਕ ਪ੍ਰੋਗਰਾਮ ਚੱਲਦਾ ਹੁੰਦਾ ਸੀ ਸੰਗਤ ਦਰਸ਼ਨ ਦਾ। ਉਹਦੇ ਵਿੱਚ ਜਦੋਂ ਅਸੀਂ ਸ਼ਿਕਾਇਤ ਪਾ ਦਿੰਦੇ ਸੀ ਤਾਂ ਸਾਨੂੰ ਸਾਡੀ ਉਹ ਕੰਪਲੇਂਟ ਕਨਕਲੂਡ ਹੁੰਦੀ ਸੀ ਸੰਗਤ ਦਰਸ਼ਨ ਦੇ ਵਿੱਚ। ਸਰਕਾਰ ਬਦਲੀ, ਉਹ ਸੰਗਤ ਦਰਸ਼ਨ ਬੰਦ ਹੋ ਗਿਆ ਜੀ। ਉਸ ਤੋਂ ਬਾਅਦ ਜਦੋਂ ਕੰਪਲੇਂਟ ਕਰਦੇ ਆ, ਹੁਣ ਉਹ ਕੰਪਲੇਂਟ ਜਾਂਦੀ ਕਿੱਥੇ ਨੂੰ ਹੈ ਉਹਦਾ ਪਤਾ ਨਹੀਂ ਲੱਗਦਾ।
ਇਹ ਪ੍ਰੋਬਲਮ ਜ਼ਰੂਰ ਆਣੀ ਸ਼ੁਰੂ ਹੋ ਗਈ, ਕਿਉਂਕਿ ਜਦੋਂ ਪਹਿਲਾਂ ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਹੱਕ ਨਹੀਂ ਲੈ ਰਿਹਾ, ਮੈਂ ਤਾਂ ਐਜ਼ ਸ਼ਿਕਾਇਤ ਕਰਤਾ ਆਪਣੀ ਇੱਕ ਐਕਸਪੀਰੀਅੰਸ ਦੱਸ ਰਿਹਾ ਕਿ ਸੰਗਤ ਦਰਸ਼ਨ ਦੇ ਵਿੱਚ ਕੰਪਲੇਂਟ ਹੁੰਦੀ ਸੀ ਤਾਂ ਉੱਥੋਂ ਤੁਹਾਨੂੰ ਜਵਾਬ ਆਉਂਦਾ ਹੁੰਦਾ ਸੀ ਵੀ ਤੁਹਾਡੀ ਕੰਪਲੇਂਟ ਤੇ ਆਹ ਕਾਰਵਾਈ ਕੀਤੀ ਆ, ਤੁਸੀਂ ਸੰਤੁਸ਼ਟ ਹੋ ਕਿ ਨਹੀਂ। ਜੇ ਨਹੀਂ ਸੰਤੁਸ਼ਟ ਤੁਸੀਂ ਜਵਾਬ ਪਾਉਂਦੇ ਸੀ ਜੀ ਨਹੀਂ ਮੈਂ ਸੰਤੁਸ਼ਟ ਨਹੀਂ, ਕਿਉਂਕਿ ਆਫੀਸਰ ਕਈ ਵਾਰੀ ਗਲਤ ਰਿਪੋਰਟ ਦੇ ਦਿੰਦੇ ਤੇ ਉਸ ਗਲਤ ਰਿਪੋਰਟ ਦੇ ਨੂੰ ਅਸੀਂ ਅੱਗੇ ਚੈਲੰਜ ਕਰ ਦਿੰਦੇ ਸੀ। ਤਾਂ ਕਈ ਵਾਰੀ ਹੋਇਆ ਕਿ ਸਾਨੂੰ ਉਹਨਾਂ ਮੈਟਰਸ ਦੇ ਵਿੱਚ ਕਾਫੀ ਇਨਸਾਫ ਮਿਲਿਆ ਹੈ। ਸੋ ਇਹ ਜਿਹੜਾ ਹੈ, ਮੈਂ ਸਫਲਤਾ ਦੀ ਗੱਲ ਇਸ ਕਰਕੇ ਕਰ ਰਿਹਾ ਕਿ ਅਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ, ਕਿਉਂਕਿ ਤੁਸੀਂ ਜਿੰਨੀ ਵਾਰੀ ਆਰਟੀਆਈ ਦੀਆਂ ਇਨਕੁਆਇਰੀਆਂ ਮੰਗਵਾਈਆਂ ਆਰਟੀਆਈ ਰਾਹੀਂ, ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ, ਤੁਸੀਂ ਉਹਦੀ ਵਧੀਆ ਤਰੀਕੇ ਨਾਲ ਉਹਦੀ ਵਰਤੋਂ ਕਰ ਰਹੇ ਹੋ, ਪਰ ਤੁਹਾਨੂੰ ਉਹਦੇ ਵਿੱਚ ਸਫਲਤਾ ਨਹੀਂ ਮਿਲੀ। ਕਿਉਂਕਿ ਅਸੀਂ ਬਹੁਤ ਵਾਰੀ ਦੇਖਿਆ ਤੁਸੀਂ ਸੜਕਾਂ ਤੇ ਧਰਨੇ ਵੀ ਦਿੱਤੇ, ਤੁਸੀਂ ਭੁੱਖ ਹੜਤਾਲ ਤੇ ਵੀ ਬੈਠੇ। ਕਿ ਇਹੀ ਕਾਰਨ ਹੈ ਕਿ ਉਹਨਾਂ ਨੂੰ ਜਗਾਉਣ ਦਾ ਕਿਸ ਤਰੀਕੇ ਨਾਲ, ਕਿ ਆਮ ਆਦਮੀ ਜਿਹੜਾ ਤੁਹਾਡਾ ਰਾਈਟਸ ਹੈ ਉਹ ਰਾਈਟਸ ਵੀ ਤੁਹਾਨੂੰ ਪੂਰੇ ਨਹੀਂ ਮਿਲੇ? ਦੇਖੋ ਆਰਟੀਆਈ ਦੇ ਵਿੱਚ ਇਨਫੋਰਮੇਸ਼ਨ ਲੈਣਾ ਇਹ ਕੋਈ ਸੌਖਾ ਕੰਮ ਨਹੀਂ ਹੈਗਾ। ਕਾਰਪੋਰੇਸ਼ਨ ਚੋਂ ਅਫਸਰਾਂ ਨੂੰ ਪਤਾ ਹੈ ਵੀ ਇਹ ਇਨਫੋਰਮੇਸ਼ਨ ਕਿਉਂ ਮੰਗ ਰਹੇ ਆ। ਇਹ ਇਨਫੋਰਮੇਸ਼ਨ ਲੈਣ ਤੋਂ ਬਾਅਦ ਵਜ੍ਹਾ ਉਹਨਾਂ ਨੂੰ ਭ੍ਰਸ਼ਟਾਚਾਰ ਪੈਸੇ ਜਿਹੜੇ ਖਾਦੇ ਹੋਏ ਨੇ ਨਾ, ਉਹ ਅਸੀਂ ਤਾਂ ਹਲਕ ਦੇ ਵਿੱਚ ਉਂਗਲਾਂ ਮਾਰਨੀਆਂ, ਉਹਨਾਂ ਨੂੰ ਤਕਲੀਫ ਹੋਣੀ ਆ। ਉਹ ਵੱਧੋ ਵੱਧ ਕੋਈ ਵੇਗ ਸੈਕਸ਼ਨ ਲਾ ਕੇ, ਕੋਈ ਪੁੱਠੇ ਸਿੱਧੇ ਸੈਕਸ਼ਨ ਲਾ ਕੇ, ਚਾਹੇ ਕੋਈ ਵੀ ਤੁਸੀਂ ਬ੍ਰਾਂਚ ਲੈ ਲਓ, ਬਿਲਡਿੰਗ ਬ੍ਰਾਂਚ ਲੈ ਲਓ, ਤੁਸੀਂ B&R ਬ੍ਰਾਂਚ ਲੈ ਲਓ, ਤੁਸੀਂ ਤਹਿਬਜ਼ਾਰੀ ਬ੍ਰਾਂਚ ਲੈ ਲਓ, ਮਤਲਬ ਕਾਫੀ ਭ੍ਰਸ਼ਟ ਆਫੀਸਰ ਨੇ ਜਿਨ੍ਹਾਂ ਦੀਆਂ ਆਪਣੀਆਂ ਪਰਸਨਲ ਵਫਾਦ ਨੇ। ਉਹਨਾਂ ਨੂੰ ਨਹੀਂ ਚੰਗਾ ਲੱਗਦਾ ਕਿ ਇਹ ਆਰਟੀਆਈਆਂ ਪਾਉਣ, ਇਹ ਸੂਚਨਾਵਾਂ ਲੈ ਕੇ ਜਨਤਕ ਕਰਨ, ਤੇ ਇਸ ਕਰਕੇ ਉਹਨਾਂ ਨੂੰ ਪ੍ਰੋਬਲਮ ਹੁੰਦੀ ਆ। ਤੇ ਅਸੀਂ ਇਹ ਕੰਮ ਕਰਦੇ ਆ ਰਹੇ ਹਾਂ। ਸਫਲਤਾ ਦੀ ਗੱਲ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਦੀ। ਸਫਲਤਾ ਮੰਨ ਲਓ ਅਸੀਂ 100 ਕੰਪਲੇਂਟ ਕਰਦੇ ਹਾਂ ਸਾਲ 'ਚ, 100 ਦੇ ਵਿੱਚੋਂ ਸਾਡੇ ਕੋਲੋਂ ਸਿਰਫ 5-7 ਮੈਟਰਸ ਦੇ ਵਿੱਚ ਹਾਈ ਕੋਰਟ ਜਾਇਆ ਜਾਂਦਾ ਤੇ 93-94 ਮੈਟਰ ਥੱਲੇ ਰਹਿ ਜਾਂਦੇ ਆ। ਤਾਂ ਤੁਸੀਂ ਇਹ ਦੇਖ ਲਓ ਸਫਲਤਾ ਦੀ ਜਿਹੜੀ ਪਰਸੈਂਟੇਜ ਆ ਉਹ 5-7 ਹੀ ਰਹਿ ਗਈ। ਹਰ ਮੈਟਰ ਤੁਸੀਂ ਹਾਈ ਕੋਰਟ 'ਚ ਨਹੀਂ ਲਿਜਾ ਸਕਦੇ। ਹਰ ਮੈਟਰ ਤੁਸੀਂ ਹਾਈ ਕੋਰਟ ਦੇ ਵਿੱਚ ਕਿੱਦਾਂ ਲੈ ਜਾਓਗੇ? ਕੋਰਟ ਕੋਈ ਵਿਹਲਾ ਥੋੜੀ ਬੈਠਾ ਹੈ। ਇਹਦਾ ਮਤਲਬ ਕਾਰਪੋਰੇਸ਼ਨ ਤੁਹਾਨੂੰ ਕੋਈ ਆਪਣਾ ਸਹਾਇਤਾ ਨਹੀਂ, ਕੋਈ ਮਦਦ ਨਹੀਂ ਕਰ ਰਹੀ ਕਿਸੇ ਤਰੀਕੇ ਨਾਲ? ਦੇਖੋ ਇਹ ਪੰਜਾਬ ਜਿਹੜੀ ਹੈ ਨਾ ਜੀ, ਇਹ ਲਾਅਲੈਸ ਸਟੇਟ ਹੋ ਗਈ ਹੈ। ਮੈਨੂੰ ਨਹੀਂ ਲੱਗਦਾ ਇੱਥੇ ਕੋਈ ਕਾਨੂੰਨ ਹੈਗਾ। ਤੁਸੀਂ ਚਾਹੇ ਕਾਰਪੋਰੇਸ਼ਨ ਲੈ ਲਓ, ਗਲਾਡਾ ਲੈ ਲਓ, ਇੰਪਰੂਵਮੈਂਟ ਟਰਸਟ ਲੈ ਲਓ, ਹੈਲਥ ਡਿਪਾਰਟਮੈਂਟ ਲੈ ਲਓ, ਕੋਈ ਵੀ ਲੈ ਲਓ, ਹਰ ਡਿਪਾਰਟਮੈਂਟ 'ਚ ਇਹੀ ਹਾਲ ਹੈ, ਨੇਮ ਏ ਡਿਪਾਰਟਮੈਂਟ। ਲੇਕਿਨ ਜੇ ਕਿਹਾ ਜਾਂਦਾ ਹੈ ਵੀ ਇਹਨਾਂ ਦੇ ਮਾਈ ਬਾਪ ਦੇ ਵਿੱਚ ਕਰਪਸ਼ਨ ਕੌਣ ਆ, ਕਰਪਸ਼ਨ ਦੇ ਵਿੱਚ ਮਾਈ ਬਾਪ ਦੇ ਵਿੱਚ ਇਹਨਾਂ ਦੇ 3 ਡਿਪਾਰਟਮੈਂਟ ਜਿਹੜੇ ਮੈਂ ਅੱਜ ਤੱਕ ਆਪਣੇ ਮੁਤਾਬਕ ਦੇਖੇ ਆ। ਇੱਕ ਲੋਕਲ ਬੋਡੀਜ਼ ਡਿਪਾਰਟਮੈਂਟ, ਇੱਕ ਗਲਾਡਾ ਜਾਂ ਜੋ ਵੀ ਇਹਨਾਂ ਦੀ ਟਾਊਨ ਪਲੈਨਿੰਗ ਵਿੰਗ ਇਹਨਾਂ ਦਾ ਗਲਾਡਾ ਜਾਂ ਪੁੱਡਾ, ਜਾਂ ਫਿਰ ਇੱਕ ਪੋਲਿਊਸ਼ਨ ਬੋਰਡ। ਇਹ 3 ਮਹਿਕਮੇ ਜਿਹੜੇ ਇਹਨਾਂ ਦੇ ਮਾਈ ਬਾਪ ਨੇ ਕਰਪਸ਼ਨ ਦੇ, ਜਿਹੜੀ ਬਹੁਤ ਵੱਡੇ ਲੈਵਲ ਤੇ ਅਰਬਾਂ ਖਰਬਾਂ ਰੁਪਈਆਂ ਦੇ ਵਿੱਚ ਕਰਪਸ਼ਨ ਕਰਦੇ ਆ, ਔਰ ਆਮ ਲੋਕੀ ਇਹਨਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ। ਬਿਲਕੁਲ। ਦੇਖੋ ਆਪਾਂ ਗੱਲ ਕਰੀਏ ਸਮਾਰਟ ਸਿਟੀ ਦੀ, ਤਾਂ ਸਮਾਰਟ ਸਿਟੀ ਦੇ ਸਭ ਤੋਂ ਪਹਿਲਾਂ ਜਦੋਂ ਹਾਲਾਂਕਿ ਦੇਸ਼ ਦੇ ਵਿੱਚ ਸਾਡਾ ਲੁਧਿਆਣਾ ਮਹਾਨਗਰ ਦਾ ਨਾਮ ਆਇਆ, ਉਹ ਸਮਾਰਟ ਸਿਟੀ ਨੂੰ ਬਣਾਉਣ ਦੇ ਵਿੱਚ ਤੁਸੀਂ ਸਮਝਦੇ ਹੋ ਵੀ ਜਿੰਨੇ ਕਿ ਇਸ ਵੇਲੇ ਆ ਸੜਕਾਂ ਨੂੰ ਪੱਚ ਲਾਉਣ ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਨੇ, ਨਵੀਆਂ ਸੜਕਾਂ ਦਿਖਾਈਆਂ ਜਾ ਰਹੀਆਂ, ਜਦ ਕਿ ਉਹ ਮਤਲਬ ਜ਼ਮੀਨੀ ਹਕੀਕਤ ਹੀ ਕੁਛ ਹੋਰ ਹੈ। ਰੋਜ਼ ਅਸੀਂ ਦੇਖਦੇ ਹਾਂ ਸਾਰਾ ਸ਼ਹਿਰ ਪੱਟਿਆ ਪਿਆ, ਕਿਤੇ ਵਿਕਾਸ ਨਹੀਂ ਹੋ ਰਿਹਾ। ਇਹ ਤੁਸੀਂ ਖਾਸ ਤੌਰ ਤੇ ਖੁਲਾਸਾ ਕੀਤਾ ਕਿ ਸਮਝਦੇ ਹੋ ਵੀ ਵਾਕਈ ਇਹ ਜਿਹੜਾ ਅਸਲੀ ਪੈਸਾ ਸੈਂਟਰ ਤੋਂ ਵੀ, ਗਵਰਨਮੈਂਟ ਤੋਂ ਵੀ ਏਡ ਮਿਲੀ ਹੈ, ਔਰ ਪੰਜਾਬ ਸਰਕਾਰ ਦਾ ਪੈਸਾ, ਲੋਕਾਂ ਦਾ ਪੈਸਾ, ਇਹ ਕਿਉਂ ਨਹੀਂ ਸਹੀ ਜਗ੍ਹਾ ਲੱਗ ਰਿਹਾ? ਸਮਾਰਟ ਸਿਟੀ ਜਿਹੜਾ ਪ੍ਰੋਜੈਕਟ ਹੈ ਜੀ, ਉਹ ਫੇਲ ਹੋ ਗਿਆ ਬੇਸਿਕਲੀ। ਤੁਸੀਂ ਲੋਕਾਂ ਦੀਆਂ ਬਿਲਡਿੰਗਾਂ ਧੜਾ-ਧੜ ਬਣਵਾਈ ਜਾਂਦੇ ਹੋ ਜੀ, ਪਾਰਕਿੰਗ ਉਹਦੇ ਵਿੱਚ ਤੁਸੀਂ ਨਕਸ਼ੇ 'ਚ ਦਿਖਾਉਂਦੇ ਹੋ, ਚਲਾਨ ਕਰਨ ਲੱਗੇ ਦਿਖਾਉਂਦੇ ਹੋ, ਮੌਕੇ ਦੇ ਥੱਲੇ ਬੇਸਮੈਂਟ ਦੇ ਵਿੱਚ, ਲੋਅਰ ਬੇਸਮੈਂਟ ਦੇ ਜਾਂ ਬੇਸਮੈਂਟ ਦੇ ਵਿੱਚ ਬਣ ਜਾਂਦੀ ਆ ਸ਼ੋਰੂਮ ਖੁੱਲ ਜਾਂਦਾ। ਸਰਾਭਾ ਨਗਰ ਲੈ ਲਓ, ਸਰਾਭਾ ਨਗਰ ਦੀ ਸਾਰੀ ਸੜਕ ਦੇ ਉੱਤੇ ਬੇਸਮੈਂਟਾਂ ਦੇ ਵਿੱਚ ਪਾਰਕਿੰਗ ਆ। ਕਿਹਾ ਕੀ ਜਾਂਦਾ ਜੀ ਆਉਣ ਵਾਲੇ ਟਾਈਮ 'ਚ ਉਹ ਇੱਕ ਵਨ ਟਾਈਮ ਸੈਟਲਮੈਂਟ ਪਾਲਿਸੀ ਆਏਗੀ, ਫਿਰ ਕਰ ਦਾਂਗੇ। ਅਰੇ ਕਿਹੜੀ ਪਾਲਿਸੀ? ਜਿਹੜੀ ਚੀਜ਼ ਹਜੇ ਆਈ ਨਹੀਂ, ਤੁਸੀਂ ਉਹਦੀ ਕਿਉਂ ਗੱਲ ਕਰਦੇ ਹੋ? ਪਹਿਲਾਂ ਤਾਂ ਚਾਹੀਦਾ ਸੀ ਇਹਨਾਂ ਨੂੰ, ਅਗਰ ਸਮਾਰਟ ਸਿਟੀ ਦਾ ਕੰਮ ਕਰਨਾ ਸੀ ਤਾਂ ਤੁਸੀਂ ਪਹਿਲਾਂ ਸਾਰੀਆਂ ਬੇਸਮੈਂਟਾਂ ਖਾਲੀ ਕਰਵਾਉਂਦੇ, ਪਾਰਕਿੰਗਾਂ ਰੀਸਟੋਰ ਕਰਵਾਉਂਦੇ, ਦੈਨ ਤੁਸੀਂ ਉੱਥੇ ਇੱਕ ਸਮਾਰਟ ਸਿਟੀ ਬਣਾਉਂਦੇ। ਮੋਰ ਓਵਰ ਉਹ ਏਰੀਆ ਪਹਿਲਾਂ ਹੀ ਸਮਾਰਟ ਆ। ਸਮਾਰਟ ਬਣਾਉਣ ਦੀ ਲੋੜ ਸੀਗੀ। ਸਾਡਾ ਜਿਹੜਾ ਹੈਬੋਵਾਲ ਸਾਈਡ ਆ, ਜਿਹੜਾ ਸਾਡਾ ਪਿਛੜਿਆ ਹੋਇਆ ਥੋੜਾ ਜਿਹਾ ਏਰੀਆ ਕਹਿ ਲਓ, ਜਿੱਥੇ ਪਾਣੀ ਬਹੁਤ ਖੜਦਾ, ਜਾਂ ਤੁਹਾਡਾ ਕਾਰਪੋਰੇਸ਼ਨ ਦਾ ਇਹ ਜ਼ੋਨ ਦੇ ਵਿੱਚ ਜ਼ਿਆਦਾਤਰ ਏਰੀਆ ਪੈਂਦਾ, ਸਮਾਰਟ ਉਹਨੂੰ ਕਰਨ ਦੀ ਲੋੜ ਸੀ। ਇਹ ਤਾਂ ਤੁਸੀਂ ਇਹ ਹੋਇਆ ਵੀ ਬੰਦੇ ਨੇ 50,000 ਰੁਪਏ ਵਾਲਾ ਸੂਟ ਪਾਇਆ ਹੋਇਆ ਸੀ ਤੇ ਉਹਦਾ ਲਵਾ ਕੇ ਉਹਨੂੰ 5 ਲੱਖ ਰੁਪਏ ਵਾਲਾ ਪਵਾ ਦਿੱਤਾ। ਆਹ ਕੰਮ ਕੀਤਾ ਜੀ ਬੰਦਾ ਉਹੀ ਹੈਗਾ। ਪਰ ਉਹ ਲੱਗਿਆ ਤਾਂ ਨਜ਼ਰ ਆਉਣਾ ਚਾਹੀਦਾ, ਪਾਇਆ ਤਾਂ ਨਜ਼ਰ ਆਉਣਾ ਚਾਹੀਦਾ। ਗੱਲ ਮੈਂ ਤੁਹਾਡੇ ਨਾਲ ਇਹ ਯਾਰ ਹੈ, ਜਿੱਦਾਂ ਤੁਸੀਂ 212 ਕਰੋੜ ਦਾ ਕੱਪੜੇ ਦੀ ਗੱਲ ਕੀਤੀ, ਉਹ ਲੱਗਿਆ ਤਾਂ ਆਉਣਾ ਚਾਹੀਦਾ। ਮੈਂ ਉੱਥੇ ਤੁਹਾਨੂੰ ਲਿਆਉਣਾ ਚਾਹੁੰਦਾ ਵੀ 212 ਕਰੋੜ ਕੀ ਲੱਗ ਸਕਦਾ ਮੁਰੰਮਤ ਤੇ ਲੁਧਿਆਣਾ ਸ਼ਹਿਰ 'ਚ? ਮੈਂ ਇਹ ਪੁੱਛ ਰਿਹਾ। ਮੈਂ ਉਸੇ ਗੱਲ ਤੇ ਮਹਿਰਾ ਜੀ ਆ ਰਹੇ ਹਾਂ
ਇਹਨਾਂ ਨੇ ਲੁੱਟਿਆ। ਸੁਣ ਲਓ ਗੱਲ ਪੰਜਾਬੀ ਦੇ ਵਿੱਚ। ਇਹਨਾਂ ਨੂੰ ਕਈ ਵਾਰੀ ਕੀ ਹੁੰਦਾ, ਬੰਦਾ ਸਫ਼ਰ ਤੈਅ ਕਰਦਾ ਕਿੰਨੇ ਕਿਲੋਮੀਟਰ ਤੁਰ ਜਾਂਦਾ, ਜਦੋਂ ਮਾਈਲਸਟੋਨ ਨਹੀਂ ਲੱਗਿਆ ਹੁੰਦਾ ਨਾ, ਉਹਨੂੰ ਪਤਾ ਨਹੀਂ ਲੱਗਦਾ ਵੀ ਮੈਂ 2 ਕਿਲੋਮੀਟਰ ਆ ਗਿਆ ਜਾਂ 4 ਕਿਲੋਮੀਟਰ ਆ ਗਿਆ। ਇਹਨਾਂ ਨੇ ਆਪਣੇ ਪਲਾਟ ਤੋਂ ਲੁੱਟਣਾ ਸ਼ੁਰੂ ਕੀਤਾ B&R ਦੇ ਭ੍ਰਸ਼ਟ ਅਫਸਰਾਂ ਨਾਲ ਰਲ ਕੇ। ਨਗਰ ਨਿਗਮ ਦਾ ਜਿਹੜਾ ਲੁੱਕ ਦਾ ਪਲਾਨ ਬਣਿਆ, ਉਸ ਤੋਂ ਬਾਅਦ B&R ਦੇ ਅਫਸਰਾਂ ਕੋਲੇ ਫਿਰ ਉਹਨਾਂ ਨੇ ਲੁੱਟਿਆ ਕੁਝ ਭ੍ਰਸ਼ਟ ਅਫਸਰਾਂ ਨੇ ਪੈਚ ਲਾਉਣ ਦੇ ਨਾਮ ਤੇ। ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਇਆ ਕਿ ਇਹ ਫਿਗਰ 212 ਕਰੋੜ ਦੀ ਹੋ ਗਈ। ਇਹਨਾਂ ਨੇ ਇਹ ਪਿੱਛੇ ਮੁੜ ਕੇ ਹੀ ਨਹੀਂ ਦੇਖਿਆ। ਉਹ ਤਾਂ ਜਦੋਂ ਅਸੀਂ RTI 'ਚ ਨਿਕਲਵਾਇਆ ਕਿ 212 ਕਰੋੜ ਦੇ ਪੈਚ ਲੱਗ ਗਏ, ਅਸੀਂ ਸ਼ੌਕ ਹੋ ਗਏ ਦੇਖ ਕੇ ਵੀ ਨਵੀਆਂ ਸੜਕਾਂ ਬਣਾਉਣ ਲਈ ਤਾਂ 177 ਕਰੋੜ 5 ਸਾਲਾਂ 'ਚ ਤੇ ਪੁਰਾਣੀਆਂ ਨੂੰ ਰਿਪੇਅਰ ਕਰਨ ਲਈ 212। ਤੇ ਸ਼ਹਿਰ ਦੇ ਵਿੱਚੋਂ ਤੁਸੀਂ ਇਸ ਦਾ ਕਿਸੇ ਵੀ ਚੀਜ਼ ਦਾ ਐਨਾਲਿਸਿਸ ਜਿਹੜਾ ਸੋਸ਼ਲ ਮੀਡੀਆ ਦੇ ਥਰੂ ਬੜੀ ਈਜ਼ੀਲੀ ਕਰ ਲੈਂਦੇ ਹੋ। ਤੁਸੀਂ ਇੱਕ ਰਿਕੁਐਸਟ ਕਰਕੇ ਪਾਓ ਵੀ ਤੁਸੀਂ ਲੋਕਾਂ ਨੂੰ ਰਿਕੁਐਸਟ ਕਰੋ ਵੀ ਤੁਸੀਂ ਆਪਣੇ ਵਿਚਾਰ ਦਿਓ ਵੀ ਕੀ ਲੁਧਿਆਣੇ ਦੇ ਉੱਤੇ 399 ਕਰੋੜ ਰੁਪਈਆ ਲੱਗਿਆ, 212 ਕਰੋੜ ਰੁਪਈਆ। ਲੋਕੀ ਥੱਲੇ ਅਨਪਾਰਲੀਮੈਂਟਰੀ ਲੈਂਗੁਏਜ 'ਚ ਵੀ ਗਾਲਾਂ ਕੱਢਦੇ ਆ ਇਹਨਾਂ ਨੂੰ। ਬਿਲਕੁਲ ਨਜ਼ਰ ਨਹੀਂ ਆ ਰਿਹਾ। ਮੈਂ ਉਹੀ ਗੱਲ ਕਹੀ, ਨਜ਼ਰ ਤਾਂ ਆਉਣਾ ਚਾਹੀਦਾ। ਤੁਸੀਂ ਲਾਇਆ, ਤੁਸੀਂ ਕਲੇਮ ਕਰਦੇ ਹੋ, ਸਾਨੂੰ ਰਿਕਾਰਡ ਦਿਖਾ ਦਿਓ। ਰਿਕਾਰਡ ਦਿਖਾਉਣ ਵਾਲੀ ਕਿਉਂ ਤਕਲੀਫ ਹੋ ਰਹੀ ਹੈ? ਰਿਕਾਰਡ ਲੈਣ ਦੇ ਲਈ ਸਾਨੂੰ ਸਟੇਟ ਇਨਫੋਰਮੇਸ਼ਨ ਕਮਿਸ਼ਨ ਕੋਲੇ ਜਾਣਾ ਪੈ ਰਿਹਾ। 10 ਚਿੱਠੀਆਂ ਤੁਹਾਨੂੰ ਸਟੇਟ ਵਿਜੀਲੈਂਸ ਔਰ ਡਿਪਾਰਟਮੈਂਟਲ ਵਿਜੀਲੈਂਸ ਲਿਖ ਚੁੱਕੀ ਹੈ ਵੀ ਰਿਕਾਰਡ ਦਿਖਾਓ ਕਿੱਥੇ ਆ ਜਾਂ ਰਿਕਾਰਡ ਲੈ ਕੇ ਆਓ ਕਿੱਥੇ ਆ। ਇਹ ਰਿਕਾਰਡ ਦਿਖਾ ਨਹੀਂ ਰਹੇ। ਵਜ੍ਹਾ ਤੇ ਇਹੀ ਦੱਸਣਗੇ ਨਾ ਜੀ, ਅਫਸਰ ਹੀ ਦੱਸਣਗੇ। ਉਹਨਾਂ ਨੇ ਲੈਟਰ ਕਮਿਸ਼ਨਰ ਸਾਹਿਬ ਨੂੰ ਕੱਢਿਆ, ਕਮਿਸ਼ਨਰ ਸਾਹਿਬ ਨੇ ਇਹਨਾਂ ਨੂੰ ਦਿੱਤਾ। ਤੇ ਜਦੋਂ ਮੈਂ ਪੁੱਛਦਾ ਪਿਆ ਵੀ ਹੁਣ ਇਹਨਾਂ ਚਿੱਠੀਆਂ ਤੇ ਕਾਰਵਾਈ ਕੀ ਕੀਤੀ ਆ, ਉਹਦਾ ਵੀ ਜਵਾਬ ਨਹੀਂ ਦੇ ਰਹੇ। ਦੇਖੋ ਮੇਰਾ ਜੀ, ਇਹ ਜਿਹੜੀ ਇਹ ਮੈਟਰ ਹੈਗਾ 1 ਅਪ੍ਰੈਲ 2015 ਤੋਂ ਲੈ ਕੇ 31 ਮਾਰਚ 2020 ਤੱਕ ਦਾ, 5 ਸਾਲਾਂ ਦਾ। ਉਸ ਤੋਂ ਬਾਅਦ 1 ਅਪ੍ਰੈਲ 2020 ਤੋਂ ਲੈ ਕੇ ਹੁਣ 1 ਅਪ੍ਰੈਲ 2020 ਤੋਂ ਲੈ ਕੇ 18 ਜੁਲਾਈ 2021 ਤੱਕ ਦਾ ਰਿਕਾਰਡ ਮੈਂ ਫਿਰ ਮੰਗ ਰਿਹਾ ਇਹਨਾਂ ਕੋਲੋਂ ਵੀ ਕਿੰਨੇ ਪੈਚ ਵਰਕ ਤੇ ਲਾਏ ਨੇ, ਕਿੰਨੇ ਤੁਸੀਂ ਇਹਦੇ ਤੇ ਲਾਏ ਨੇ, ਸੜਕਾਂ ਦੀ ਡਿਵੈਲਪਮੈਂਟ ਤੇ ਲਾਏ ਨੇ। ਉਹ ਅਜੇ ਇਨਫੋਰਮੇਸ਼ਨ ਮੈਨੂੰ ਨਹੀਂ ਦਿੱਤੀ। ਕੀ ਮੈਨੂੰ ਇਹ ਦੱਸੋ, ਸਾਡਾ ਫੰਡਾਮੈਂਟਲ ਰਾਈਟ ਹੈ, ਕੀ ਮੈਨੂੰ ਹਰ RTI ਦੇ ਵਿੱਚ ਇਨਫੋਰਮੇਸ਼ਨ ਲੈਣ ਦੇ ਲਈ ਸਟੇਟ ਇਨਫੋਰਮੇਸ਼ਨ ਕਮਿਸ਼ਨ ਜਾਣਾ ਪਏਗਾ? ਫਿਰ ਇਹ ਏਡੀਆਂ ਤਨਖਾਹਾਂ ਕਾਹਦੇ ਲਈ ਲੈ ਰਹੇ ਨੇ? ਇਹ ਕਹਿ ਰਹੇ ਨੇ ਜੀ ਕਿ ਕਾਰਪੋਰੇਸ਼ਨ 'ਚ ਭ੍ਰਸ਼ਟਾਚਾਰ ਨਹੀਂ ਹੈਗਾ, ਸਾਬਤ ਕਰੋ। 313 ਮੇਜਰਮੈਂਟ ਬੁੱਕਾਂ ਤੁਹਾਡੀਆਂ ਨਹੀਂ ਲੱਭਦੀਆਂ ਪਈਆਂ, ਜਿਹਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਦੀ ਪੇਮੈਂਟ ਹੋ ਗਈ। ਇਹ ਮੇਜਰਮੈਂਟਸ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਮੇਜਰਮੈਂਟ ਬੁੱਕਸ ਕਿਉਂ ਜ਼ਰੂਰੀ ਹੁੰਦੀਆਂ? ਦੇਖੋ ਜੀ, ਇਸ ਤਰ੍ਹਾਂ ਮੇਜਰਮੈਂਟ ਬੁੱਕ ਜਿਵੇਂ ਕਿਸੇ ਇਨਸਾਨ ਦਾ ਹਾਰਟ ਹੁੰਦਾ ਨਾ, ਦਿਲ ਹੁੰਦਾ ਕੰਮ ਕਰਦਾ, ਇਸੇ ਤਰ੍ਹਾਂ ਕਿਸੇ ਵੀ ਕੋਈ ਨਵੇਂ ਡਿਵੈਲਪਮੈਂਟ ਵਰਕ ਜਾਂ ਪੁਰਾਣਾ ਕੰਮ ਕੋਈ ਹੋਰ ਹੁੰਦਾ, ਰਿਪੇਅਰ ਔਰ ਮੇਨਟੇਨੈਂਸ ਦਾ, ਜਿਵੇਂ ਪੈਚਾਂ ਦਾ 212 ਰੁਪਏ ਦਾ, ਮਤਲਬ ਜਿਹੜੇ ਸੜਕ ਤੇ ਟਾਕੀਆਂ ਲਾਉਣ ਨੂੰ 212 ਰੁਪਏ, ਉਹਦਾ ਸਾਰਾ ਡਿਟੇਲ ਨਹੀਂ ਜੀ, ਤਰੀਕ ਕੰਮ ਕੀਤਾ, ਕਿੰਨਾ ਕੀਤਾ, ਔਰ ਉਹਦੀ ਸਾਰੀ ਡਿਟੇਲ ਦੇ ਕੇ ਥੱਲੇ ਜੇਈ ਸਾਈਡ ਤੇ ਸਾਈਨ ਕਰਦਾ। ਉਸ ਤੋਂ ਬਾਅਦ ਜਦੋਂ ਕੰਮ ਪੂਰਾ ਹੋ ਜਾਂਦਾ, ਉਹਦੇ ਤੇ ਜੇਈ SDO ਐਕਸੀਅਨ ਸਰਟੀਫਿਕੇਟ ਦਿੰਦੇ ਨੇ ਵੀ ਉਹਨਾਂ ਨੇ ਇਹ ਕੰਮ 100%, 50%, 10% ਜਾਂ ਸੈਂਪਲ ਚੈੱਕ ਕਰ ਲਿਆ। ਉਹ ਜਿਹੜੀਆਂ ਮੇਜਰਮੈਂਟ ਬੁੱਕਾਂ ਜਿਹਦੇ ਵਿੱਚ ਸਾਰੀ ਡਿਟੇਲ ਸੀ, ਉਹ ਇਹਨਾਂ ਨੇ ਕੁਛ 313 ਕੰਮਾਂ ਦੀਆਂ ਮੇਜਰਮੈਂਟ ਬੁੱਕਾਂ ਹੀ ਜਾਂ 313 ਮੇਜਰਮੈਂਟ ਬੁੱਕਾਂ ਹੀ ਨਹੀਂ ਜਮ੍ਹਾਂ ਕਰਾਈਆਂ। ਹੁਣ ਰੱਬ ਜਾਣੇ ਉਹ ਗੁੰਮ ਗਈਆਂ ਜਾਂ ਜਮਾ ਜਾਣ ਕੇ ਨਹੀਂ ਕਰਾਈਆਂ। ਉਹ ਬੰਦੇ ਰਿਟਾਇਰ ਕਿੱਦਾਂ ਹੋ ਗਏ ਜਦੋਂ ਉਹਨਾਂ ਕੋਲੇ ਪਬਲਿਕ ਰਿਕਾਰਡ ਸੀਗਾ? ਇਸ ਮੈਟਰ ਨੂੰ ਹਾਈਲਾਈਟ ਕੀਤਾ ਆਡਿਟ ਦੇ ਦਰਮਿਆਨ। ਆਡਿਟ ਦਾ ਪਹਿਰਾ ਚੱਕ ਕੇ ਅਸੀਂ ਕੰਪਲੇਂਟ ਕੀਤੀ ਲੋਕਲ ਬਾਡੀਜ਼ ਕੋਲੇ। 59 ਬੰਦੇ ਇਹਦੀ ਚਪੇਟ ਚ ਆ ਗਏ। 59 ਬੰਦੇ ਜਿਹੜੇ ਕਰਪਟ ਸੀ, ਜਿਨ੍ਹਾਂ ਤੇ ਇਹ ਦੋਸ਼ ਲੱਗਦਾ ਪਿਆ ਵੀ ਇਹ ਇਹਨਾਂ ਨੇ ਕੋਲੇ ਮੇਜਰਮੈਂਟ ਬੁੱਕਾਂ ਹੋ ਸਕਦੀਆਂ। 17 ਬੰਦਿਆਂ ਦੇ ਅਗੇਂਸਟ ਚਾਰਜ ਸ਼ੀਟ ਚਲੀ ਗਈ ਜੀ। ਹੁਣ ਤੁਸੀਂ ਦੱਸੋ, ਚਲੋ ਚਾਰਜ ਸ਼ੀਟ ਕਰਨ ਤੋਂ ਬਾਅਦ ਕਿਆ ਉਹ ਮੈਟਰ ਮੁੱਕ ਜੂਗਾ? ਰਿਕਾਰਡ ਤਾਂ ਲੱਭਿਆ ਨਹੀਂ ਹੈਗਾ, ਉਹਨਾਂ ਤੇ ਐਕਸ਼ਨ ਨਹੀਂ ਬਣਦਾ, FIR ਦੀ ਪ੍ਰੋਵੀਜ਼ਨ ਨਹੀਂ ਹੁੰਦਾ ਉੱਤੇ। ਪਬਲਿਕ ਰਿਕਾਰਡ ਐਕਟ ਕੇਂਦਰ ਸਰਕਾਰ ਨੇ ਪਾਸ ਕੀਤਾ, ਭਾਰਤ ਸਰਕਾਰ ਨੇ। ਪਬਲਿਕ ਰਿਕਾਰਡ ਐਕਟ ਦੇ ਵਿੱਚ ਉਹਨਾਂ ਦੇ ਉੱਤੇ FIR ਕਰਵਾਓ, ਮਾੜਾ ਜਿਹਾ ਭੇਜੋ ਉਹਨਾਂ ਨੂੰ ਸਲਾਖਾਂ ਦੇ ਪਿੱਛੇ, ਉਹਨਾਂ ਨੂੰ ਪਤਾ ਲੱਗੇ ਵੀ ਰਿਕਾਰਡ ਕਿੱਦਾਂ ਰੱਖੀਦਾ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਹਾਡੇ ਕੋਲੋਂ ਕੋਈ ਨੋਟਿਸ ਆਇਆ, ਉਹ ਗਵਾਚ ਜਾਵੇ, ਕੋਈ 2-4 ਕਾਗਜ਼ ਗਵਾਚ ਜਾਣ, ਤੁਹਾਨੂੰ ਉਹ ਕਾਪੀ ਏਦਾਂ ਹੀ ਮੁਹੱਈਆ ਕਰਵਾ ਦਿੰਦੇ ਆ। ਮੰਨ ਲਓ ਜੇ ਫੋਟੋ ਕਾਪੀ ਉਹਨਾਂ ਕੋਲੇ ਹੈਗੀ ਵੀ ਹੈ, ਜਾਨ ਕੱਢ ਦਿੰਦੇ ਬੰਦੇ ਦੀ। 10 ਚਿੱਠੀਆਂ ਵਿਜੀਲੈਂਸ ਦੀਆਂ ਇਹਨਾਂ ਨੂੰ ਆ ਗਈਆਂ। ਇੱਕ ਚਿੱਠੀ, ਇੱਕ ਨੋਟਿਸ ਇੱਕ ਆਮ ਇਨਸਾਨ ਨੂੰ ਵਿਜੀਲੈਂਸ ਤੋਂ ਆ ਜਾਵੇ, ਉਹਦੀ ਜਾਨ ਨਿਕਲ ਜਾਂਦੀ। ਉਹ ਤੇ ਉਹਦਾ ਪਰਿਵਾਰ ਸਾਰੀ ਰਾਤ ਨਹੀਂ ਸੌਂਦੇ ਵੀ ਪਤਾ ਨਹੀਂ ਕਾਹਦਾ ਵਿਜੀਲੈਂਸ ਦਾ ਨੋਟਿਸ ਆ ਗਿਆ। ਇਹਨਾਂ ਨੂੰ 10-10 ਆਉਂਦੇ। ਤੁਸੀਂ ਇਹ ਦੇਖੋ ਕਿੱਡੇ ਹੱਡ ਕਿੰਨੇ ਪੱਕੇ ਨੇ ਇਹਨਾਂ ਦੇ। ਮਤਲਬ ਕਰਪਸ਼ਨ ਦੇ ਵਿੱਚ ਇਹਨਾਂ ਦੇ ਹੱਡ ਪੱਕ ਗਏ ਨੇ ਵੀ ਮਾਰੀ ਜਾਓ, ਕੋਈ ਗੱਲ ਨਹੀਂ, ਸਾਡੇ ਤੇ ਕੋਈ ਅਸਰ ਨਹੀਂ ਹੈਗਾ, ਅਸੀਂ ਦੰਦ ਕੱਢੀ ਜਾਣੇ ਆ।
ਠੀਕ ਹੈ, ਕਿਉਂ ਨਹੀਂ ਤੁਸੀਂ ਇਹਦਾ ਮਤਲਬ ਕਿ ਇਹਨਾਂ ਨੂੰ ਜਿਹੜੇ ਅਫਸਰ ਨੇ, ਤੁਸੀਂ ਜੇਈ ਤੋਂ ਲੈ ਕੇ ਗੱਲ ਕੀਤੀ ਐਕਸ਼ਨ ਤੱਕ, ਇਹਨਾਂ ਨੂੰ ਇਹਦਾ ਮਤਲਬ ਕੋਈ ਡਰ ਨਹੀਂ ਇਹਨਾਂ ਨੂੰ ਕਿਸੇ ਦਾ? ਇਹ ਐਕਸ਼ਨ ਨਹੀਂ ਜੀ, ਮੰਤਰੀ ਸਰਕਾਰਾਂ ਮੰਤਰੀ ਤੋਂ ਲੈ ਕੇ ਸਾਰੇ ਗੱਲਾਂ ਜਿਹੜੀਆਂ ਪੌੜੀਆਂ ਹੁੰਦੀਆਂ ਨਾ ਹਮੇਸ਼ਾ ਉੱਤੋਂ ਸਾਫ਼ ਥੱਲੇ ਨੂੰ ਹੁੰਦੀਆਂ, ਥੱਲੋਂ ਤੋਂ ਨਹੀਂ ਹੁੰਦੀਆਂ। ਓਕੇ, ਉੱਤੋਂ ਸਾਫ਼ ਥੱਲੇ ਨੂੰ ਹੁੰਦੀਆਂ ਬਿਲਕੁਲ ਠੀਕ ਹੈ। ਇਹਨਾਂ ਦੀ ਟਰਾਂਸਫਰ ਪਾਲਿਸੀ ਦੀ ਵਾਇਲੇਸ਼ਨ ਇਹਨਾਂ ਦੀ ਹੋਈ ਆ। ਇੱਕ ਅਫਸਰ ਪਿਛਲੇ 20-25 ਸਾਲ ਤੋਂ ਰਜਿਸਟਰੀਆਂ ਕਰਾ ਕੇ ਬਿਠਾ, ਠੀਕ ਹੈ, ਸੈਂਸਿਟਿਵ ਪੋਸਟਾਂ ਦੇ ਉੱਤੇ ਇਹ ਬਿਠੇ ਹੋਏ ਨੇ 20-25 ਸਾਲ ਤੋਂ, ਲਿਖ ਕੇ ਕੰਪਲੇਂਟ ਕਰ ਦਿੱਤੀ ਤਾਂ ਕੁਝ ਨਹੀਂ। ਇੱਕ ਨਾ ਜੀ ਮਹਿਰਾ ਜੀ ਇਹਨਾਂ ਦੀ ਇੱਕ ਕੰਟਰੈਕਟਰ ਲੈਜਰ ਹੁੰਦੀ ਹੈ। ਕੰਟਰੈਕਟਰ ਲੈਜਰ ਦੇ ਵਿੱਚ ਇਹਨਾਂ ਨੇ ਸਾਰਾ ਵੇਰਵਾ ਦਰਜ ਕਰਨਾ ਹੁੰਦਾ। ਉਹਦੇ ਵਿੱਚ 8 ਟੋਟਲ ਪੁਆਇੰਟ ਹੁੰਦੇ ਨੇ। 8 ਪੁਆਇੰਟਾਂ ਦੇ ਵਿੱਚ ਬਿੱਲ ਨੰਬਰ ਕੀ ਹੈ, ਵਰਕ ਆਰਡਰ ਨੰਬਰ ਕੀ ਹੈ, ਮੇਜਰਮੈਂਟ ਬੁੱਕ ਨੰਬਰ ਕੀ ਹੈ, ਕਿੰਨੇ ਦਾ ਬਿੱਲ ਆਇਆ, ਕਿਹੜਾ ਬਿੱਲ ਆ, ਸਾਰਾ ਇਹਨਾਂ ਨੇ ਕੀ ਕੀਤਾ, ਉਹਦੇ 'ਚ ਐਵੇਂ 2-3 ਕਾਲਮ ਭਰ ਕੇ ਤੇ ਬਾਕੀ ਛੱਡ ਦਿੱਤੀ। ਮੈਂ ਕੰਸਰਨਡ ਕਿਸੇ ਆਫੀਸਰ ਨੂੰ ਪੁੱਛਿਆ, ਮੈਂ ਕਿਹਾ ਇਹ ਤਾਂ ਠੀਕ ਨਹੀਂ। ਕਹਿੰਦਾ ਹਾਂਜੀ ਬਿਲਕੁਲ ਠੀਕ ਨਹੀਂ ਹੈ। ਹੁਣ ਉਹਦੀ ਵੀ ਕੰਪਲੇਂਟ ਕੀਤੀ, ਉਹਦੀ ਵੀ ਵਿਜੀਲੈਂਸ ਇਨਕੁਆਇਰੀ ਲੱਗੀ ਹੋਈ ਹੈ। ਮੇਰਾ ਖਿਆਲ ਹੈ ਕਿ 6-7 ਮੈਟਰਸ ਦੇ ਵਿੱਚ ਵਿਜੀਲੈਂਸ ਦੀ ਇਨਕੁਆਇਰੀ ਲੱਗੀ। ਕਿੰਨੀਆਂ ਕੁ ਵਿਜੀਲੈਂਸ ਦੀਆਂ ਇਨਕੁਆਇਰੀਆਂ ਲਵਾ ਲਈ ਅਸੀਂ ਇਹਨਾਂ ਦੀਆਂ, ਮੈਨੂੰ ਤੁਸੀਂ ਦੱਸੋ। ਹਰ ਕੰਮ ਦੇ ਵਿੱਚ B&R ਦੀ ਗੱਲ ਕਰ ਰਹੇ ਹਾਂ, ਇਹ B&R ਦਾ ਵਰਕਿੰਗ ਸਟਾਈਲ, ਇੱਕ ਡਿਪਾਰਟਮੈਂਟ ਦੀ ਗੱਲ ਕਰ ਰਹੇ ਹਾਂ। ਹਜੇ ਮੈਂ ਇੱਕ ਬ੍ਰਾਂਚ ਦੀ ਗੱਲ ਕਰ ਰਿਹਾ ਵੀ ਇਹਨਾਂ ਦਾ ਵਰਕਿੰਗ ਸਟਾਈਲ ਹੈਗਾ। 3 ਇਨਕੁਆਇਰੀਆਂ ਤਾਂ ਇਹਨਾਂ ਦੇ ਅਗੇਂਸਟ ਲੱਗੀਆਂ ਹੋਈਆਂ। 17 ਸੜਕਾਂ ਦੇ ਇਹਨਾਂ ਦੇ ਸੈਂਪਲ ਫੇਲ ਹੋ ਗਏ ਪਿੱਛੇ ਜੇ। ਉਸ ਮੈਟਰ ਦੇ ਵਿੱਚ ਮੈਂ ਕੰਪਲੇਂਟ ਕੀਤੀ। ਅੱਜ ਤੱਕ ਮੈਨੂੰ ਇਹਨਾਂ ਨੇ ਇਨ ਦਾ ਇੰਟਰਸਟ ਆਫ ਜਸਟਿਸ ਸਿੱਟਾ ਰਿਪੋਰਟ ਨਹੀਂ ਦਿੱਤੀ। ਤੁਸੀਂ ਦੇਖ ਲਓ, ਜੇ ਕੋਈ ਮਾੜਾ ਮੋਟਾ ਚਿੱਠੀ ਆਈ ਹੈ ਤਾਂ ਮੈਂ ਉਹਦਾ ਰਿਬਟਲ ਦਿੱਤਾ। ਇਹ ਕਹਿੰਦੇ ਆ ਜੀ ਕਿ ਆਫੀਸਰ ਨੂੰ ਅਸੀਂ ਵਾਰਨਿੰਗ ਦੇਤੀ। ਕਾਹਦੀ ਵਾਰਨਿੰਗ ਦਿੰਨੇ ਪਏ ਹੋ? ਮਤਲਬ ਭ੍ਰਸ਼ਟਾਚਾਰ ਹੋ ਗਿਆ, ਵਾਰਨਿੰਗ ਦਿੱਤੀ, ਇਟ ਮੀਨਸ ਫਿਨਿਸ਼, ਅੱਗੇ ਤੋਂ ਨਹੀਂ ਕਰਨਾ। ਲੋਕਾਂ ਦੇ ਪੈਸੇ ਦਾ ਕੀ ਬਣੂਗਾ? ਸਵਾਲ ਤਾਂ ਇਹੀ ਹੈਗਾ ਕਿ ਜਿਹੜੇ ਇਹਨਾਂ ਦਾ ਫੈਸਲਾ ਕਰਨ ਲਈ ਉੱਤੇ ਵੱਡੇ ਬੈਠੇ ਨੇ, ਉਹ ਵੀ ਫਿਰ ਉਹੋ ਜਿਹੇ ਹੀ ਨੇ। ਮੇਰੀ ਗੱਲ ਸੁਣੋ, B&R ਦੇ ਵਿੱਚ ਫਿਰ ਇਹਨਾਂ ਨੇ ਟੋਟਲ ਇੱਕ ਮਾਫੀਆ ਟਾਈਪ ਬਣਾਇਆ ਹੋਇਆ। ਕੋਈ ਵੀ ਬੰਦਾ ਮੰਨ ਲਓ ਇਹਨਾਂ ਦਾ ਕੰਮ ਚੈੱਕ ਕਰਨ ਖੜਦਾ ਨਾ, ਇਹ ਕੀ ਕਰਦੇ, ਠੇਕੇਦਾਰ ਨੂੰ ਕਹਿੰਦੇ ਇਹਦਾ ਥਾਣੇ ਦਰਖਾਸਤ ਦੇ ਦੇ, ਤਾਂ ਕਿ ਕਾਮਨ ਮੈਨ ਜਾਵੇ ਹੀ ਨਾ ਇਹਨਾਂ ਦਾ ਕੰਮ ਚੈੱਕ ਕਰਨ। ਇਹ ਤਾਂ ਇਹਨਾਂ ਨੇ ਪੱਕਾ ਇੱਕ ਅਪਣਾ ਲਿਆ, ਕਿਉਂਕਿ 2-3 ਕੇਸ ਮੇਰੇ ਸਾਹਮਣੇ ਆ ਗਏ। ਇੱਕ ਮੇਰੇ ਨਾਲ ਵੀ ਹੋਇਆ। ਮੈਂ ਦੇ ਦਿਓ ਥਾਣੇ ਦਰਖਾਸਤ, ਥਾਣੇ ਵਾਲੇ ਨੂੰ ਲੈ ਕੇ ਕੰਮ ਚੈੱਕ ਕਰ ਲਾਂਗੇ, ਨਾਲ ਫਿਰ ਇਹੀ ਹੋਊਗਾ, ਇੰਟੀਮੇਟ ਕਰਕੇ ਚੈੱਕ ਕਰ ਲਾਂਗੇ। ਉਹ ਇਹ ਮਤਲਬ ਬਹੁਤ ਸ਼ਾਤਰ ਨੇ ਇਹਨਾਂ ਦੇ B&R ਦੇ ਅਫਸਰ। ਮੈਨੂੰ ਇੱਕ ਦੱਸੋ, ਇੱਕ ਰਮਨ ਕੌਸ਼ਲ ਆ ਹੈ, ਇੱਕ ਉਹ ਗਗਨੇਜਾ, ਮੈਂ ਔਨ ਦਾ ਰਿਕਾਰਡ ਕਰਨਾ, ਰਾਹੁਲ ਗਗਨੇਜਾ, ਰਮਨ ਕੌਸ਼ਲ ਤੇ ਰਾਹੁਲ ਗਗਨੇਜਾ। ਪਿਛਲੇ 4-4 ਸਾਲ ਤੋਂ ਇਹਨਾਂ ਦੋ ਜਨਾਬ ਨੇ ਆਪਣੀਆਂ ਐਨੂਅਲ ਪ੍ਰਾਪਰਟੀ ਰਿਟਰਨਾਂ ਨਹੀਂ ਫਾਈਲ ਕੀਤੀਆਂ। ਠੀਕ ਹੈ, ਕਿਉਂ ਨਹੀਂ ਕੀਤੀਆਂ ਜੀ? ਕਾਰਨ ਪੰਜਾਬ ਸਰਕਾਰ ਦੇ ਕੰਡਕਟ ਰੂਲ ਨੇ। ਕੰਡਕਟ ਰੂਲਾਂ ਦੇ ਉੱਤੇ ਤੁਸੀਂ ਜਮ੍ਹਾਂ ਕਰਾਉਣਾ ਤੁਹਾਡਾ ਫਰਜ਼ ਬਣਦਾ ਕੰਪਲਾਈ ਕਰਨ ਦਾ। ਤੁਸੀਂ ਕਿਉਂ ਨਹੀਂ ਜਮ੍ਹਾਂ ਕਰਾ ਰਹੇ? ਇਹਦਾ ਮਤਲਬ ਕੁਛ ਨਾ ਕੁਛ ਐਸਾ ਕਰ ਬਿਠੇ ਜਿਹੜਾ ਹੁਣ ਜਿਹਦਾ ਡਿਸਕਲੋਜ਼ਰ ਦੇਣ ਲਈ ਤਕਲੀਫ ਹੋ ਰਹੀ ਹੈ। ਜੇ ਡਿਸਕਲੋਜ਼ਰ ਹੋਇਆ ਤਾਂ ਕੰਪੈਰੀਜ਼ਨ ਔਖਾ ਹੋ ਜਾਣਾ। ਅਗਰ ਕੋਈ ਬੰਦਾ ਇਹਨਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਵੀ ਕਢਾ ਲਵੇ ਨਾ, ਜਦੋਂ 15-15, 20-20 ਬਿੱਲ ਆਉਂਦਾ ਤੇ ਤਨਖਾਹ ਹੈਗੀ ਹੈ 70,000, ਫਿਰ 20,000 ਬਿੱਲ ਦੇ ਕੇ ਵੀ ਜਾਂ 15,000 ਬਿੱਲ ਦੇ ਕੇ ਵੀ ਮੁੜ ਕੇ 40-45,000 ਰੋਟੀ ਵੀ ਖਾਣੀ ਆ, ਨਿਆਣੇ ਵੀ ਪੜਾਉਣੇ ਆ, ਤੇ ਬਾਕੀ ਅਦਰ ਐਕਸਪੈਂਸਿਸ ਵੀ ਹੈਗੇ ਆ, ਬੜਾ ਕੁਝ ਹੈਗਾ ਕੱਢਣ ਨੂੰ। ਤੇ ਮੈਂ ਤਾਂ ਸਿਰਫ ਤੁਹਾਨੂੰ 2 ਆਫੀਸਰਸ ਦੀ ਐਗਜ਼ਾਮਪਲ ਦੇ ਰਿਹਾ ਇਹਨਾਂ ਦੀ। ਇਹ ਤਾਂ ਸਾਰਿਆਂ ਲਈ ਜ਼ਰੂਰੀ ਹੈ, ਇਹ ਤਾਂ ਦਿਸ ਇਜ਼ ਲਾਅ ਆਫ ਪ੍ਰਾਪਰਟੀ ਵਾਸਤੇ। ਇਹ ਤਾਂ ਸਾਰੇ ਅਫਸਰਾਂ ਲਈ ਜ਼ਰੂਰੀ ਹੈ ਕਿ ਬਾਕੀ ਇਹਨਾਂ ਨੇ ਦਿੱਤੀ ਕਿਸੇ ਨੇ ਪ੍ਰਾਪਰਟੀ ਟਰਨ। 199 ਬੰਦੇ ਟੋਟਲ ਨੇ ਜੀ ਜਿਹੜੇ ਪਿਛਲੇ ਸਾਲ ਦੇ 2019 ਦੇ ਵਿੱਚ ਸੀਗੇ, ਜਿਨ੍ਹਾਂ ਨੇ ਫਾਈਲ ਨਹੀਂ ਸੀ ਕੀਤੀਆਂ। ਹੋ ਸਕਦਾ ਮੇਰੀ ਸ਼ਿਕਾਇਤ ਫਾਈਲ ਕਰਨ ਤੋਂ ਬਾਅਦ ਕੁਝ ਅਫਸਰਾਂ ਨੇ ਕਰ ਦਿੱਤੀਆਂ ਹੋਣ, ਕਿਉਂਕਿ ਮੈਨੂੰ ਕਿਹੜਾ ਇਹਨਾਂ ਨੇ ਜਵਾਬ ਦਿੱਤਾ ਵੀ ਇੰਨਿਆਂ ਨੇ ਕਰਤੀਆਂ, ਇੰਨਾਂ ਰਹਿੰਦੀਆਂ। ਜਵਾਬ ਤਾਂ ਇਹ ਦਿੰਦੇ ਨਹੀਂ ਕਿਸੇ ਚਿੱਠੀ ਦਾ। ਠੀਕ ਹੈ ਨਾ ਜੀ? ਹਾਂ, ਇਨਕੁਆਇਰੀ ਜ਼ਰੂਰ ਲੱਗੀ ਹੋਈ ਹੈ। ਮੈਂ ਇਹਨਾਂ ਦੋਨੋਂ ਆਫੀਸਰਸ ਦਾ ਨਾਮ ਕਿਉਂ ਲਿੱਤਾ? ਕਿਉਂਕਿ ਇਹੀ 2 ਬੰਦੇ ਨੇ ਜਿਹੜੀ ਟਰਾਂਸਫਰ ਪਾਲਿਸੀ ਦੀ ਵਾਇਲੇਸ਼ਨ ਵੀ ਕਰ ਰਹੇ ਨੇ। ਇਹ ਕੰਡਕਟ ਰੂਲਾਂ ਦੀ ਵਾਇਲੇਸ਼ਨ ਵੀ ਕਰ ਰਹੇ ਨੇ, ਗਲਤ ਕੰਮ ਵੀ ਕਰਵਾ ਰਹੇ ਨੇ, ਸਬ ਸਟੈਂਡਰਡ ਕੰਮ ਵੀ ਕਰਵਾ ਰਹੇ ਨੇ। ਆ ਸਬ ਸਟੈਂਡਰਡ ਕੰਮ ਸਾਡੇ 67 ਨੰਬਰ ਵਾਰਡ ਦੇ ਵਿੱਚ ਮਾਡਲ ਗ੍ਰਾਮ ਦੇ ਵਿੱਚ ਇਹਨਾਂ ਦਾ ਮੈਂ ਰੰਗੇ ਹੱਥੀ ਫੜਿਆ। ਮੇਰੀ ਗੱਲ ਸੁਣੋ। ਸੋ ਸੀਨੀਅਰ ਅਫਸਰਾਂ ਦੀ ਇੰਟਰਫੀਰੈਂਸ ਤੋਂ ਬਾਅਦ ਇੱਕ ਨੋਟਿਸ 9 ਦਿਨਾਂ ਬਾਅਦ ਕੰਪਲੇਂਟ ਫਾਈਲ ਹੋਣ ਤੋਂ ਬਾਅਦ ਨਿਕਲਿਆ ਗਿਆ, ਤੇ ਅੱਜ ਤੱਕ ਕੰਪਲੇਂਟੈਂਟ ਨੂੰ ਨਹੀਂ ਦੱਸਿਆ ਗਿਆ ਕਿ ਤੁਹਾਡੀ ਸ਼ਿਕਾਇਤ ਦੇ ਵਿੱਚ ਕੀ ਬਣਿਆ। ਠੀਕ ਹੈ, ਜਦੋਂ ਇਹਨਾਂ ਨੂੰ ਕਰੋ ਫਿਰ ਇਹਨਾਂ ਨੂੰ ਆਪਣਾ ਯਾਦ ਆ ਜਾਂਦਾ ਕਿ ਅਸੀਂ ਇਦਾਂ ਕਰਨਾ ਉਦਾਂ ਕਰਨਾ। ਮਤਲਬ ਆਪਣੇ ਆਕਾ ਜਿਹੜੇ ਨੇ ਇਹਨਾਂ ਦੇ, ਉਹਨਾਂ ਆਕਾ ਕੋਲੇ ਜਾਂਦੇ ਆ ਵੀ ਸਾਡਾ ਬਚਾਅ ਕਰੋ। ਠੀਕ ਹੈ ਨਾ? ਹੁਣ ਆਕਾ ਕੀ ਬਚਾਅ ਕਰੂਗਾ ਇਹਨਾਂ ਦਾ? ਸਵਾਲ ਤਾਂ ਇਹ ਆ। ਇਹ ਮਤਲਬ ਤੁਸੀਂ ਰਮਨ ਕੌਸ਼ਲ ਦੀ ਗੱਲ ਕੀਤੀ, ਉਹਨਾਂ ਕੋਲ ਤਾਂ 2 ਪੋਸਟਾਂ ਸਾਹਮਣੇ ਬੈਠੇ, ਐਸਡੀਓ ਵੀ ਆ, ਉਹ ਆਪੇ ਐਕਸੀਅਨ, ਉਹਨੂੰ ਕਮਿਸ਼ਨਰ ਵੀ ਲਾ ਦਿਓ ਜੀ, ਉਹਨੂੰ ਕੋਈ ਫਰਕ ਨਹੀਂ ਹੈਗਾ, ਉਹਨੂੰ ਕਮਿਸ਼ਨਰ ਵੀ ਲਾ ਦਿਓ।
ਮੇਰੀ ਇੱਕ ਗੱਲ ਸੁਣੋ, ਕੁਛ ਇੱਕ ਬੰਦੇ ਤਾਂ ਇਹੋ ਜਿਹੇ ਨੇ ਜਿਹੜੇ ਇਸ ਤਰ੍ਹਾਂ ਦੇ ਕਿਰਦਾਰ ਦੇ ਬੰਦੇ ਨੇ, ਇਹਨਾਂ ਦੀ CR ਦੇ ਵਿੱਚ ਐਂਟਰੀ ਹੋ ਜਾਣੀ ਚਾਹੀਦੀ ਹੈ ਕਿ ਇਹ ਬੰਦੇ ਇੱਥੇ ਨਹੀਂ ਲੱਗਣੇ ਚਾਹੀਦੇ। ਇਹਨਾਂ ਨੂੰ ਤਾਂ ਤੁਸੀਂ ਕਿਤੇ ਰਿਕਾਰਡ ਕੀਪਰ ਲਾ ਦਿਓ ਵੀ ਇਹ ਰਿਕਾਰਡ ਹੀ ਰੱਖਣ। ਇਹਨਾਂ ਦਾ ਪਬਲਿਕ ਜਾਂ ਕੰਟਰੈਕਟਰ ਜਾਂ ਇਦਾਂ ਦੀ ਕੋਈ ਜਿਹੜੀ ਡੀਲਿੰਗ ਹੈ ਜਿਹਦੇ 'ਚ ਫਾਈਨੈਂਸ਼ੀਅਲ ਡੀਲਿੰਗ ਹੁੰਦੀ ਆ, ਉਹਦੇ ਵਿੱਚ ਇਹਨਾਂ ਦਾ ਸਰੋਕਾਰ ਨਾ ਹੋਵੇ। ਇਹਨਾਂ ਨੂੰ ਰਿਕਾਰਡ ਕੀਪਰ ਟਾਈਪ ਲਾ ਦਿਓ ਵੀ ਰਿਕਾਰਡ ਦੇ ਸਾਂਭਣਗੇ, ਜਾਂ RTI ਕੇਸ ਦੇਖਣਗੇ ਜਾਂ ਕੋਰਟ ਕੇਸ ਦੇਖਣਗੇ, ਜਿੱਥੇ ਪਤਾ ਵੀ ਕੋਈ ਫਾਈਨੈਂਸ਼ੀਅਲ ਉਹ ਨਹੀਂ ਹੋ ਸਕਦਾ, ਗੜਬੜੇਸ਼ਨ ਨਹੀਂ ਹੋ ਸਕਦੀ। ਇਹਨਾਂ ਦੀ ਇੰਟੀਗ੍ਰਿਟੀ ਡਾਊਟਫੁਲ ਆ। ਮੈਂ ਇਹ 4 ਬੰਦਿਆਂ ਦੇ ਖਿਲਾਫ ਮੈਂ ਕੰਪਲੇਂਟ ਕੀਤੀ ਵਿਜੀਲੈਂਸ ਦੇ ਵਿੱਚ। ਇੱਕ ਸੁਰਿੰਦਰ ਸਿੰਘ ਇਹਨਾਂ ਦੇ ਕੋਈ ਐਕਸੀਅਨ ਆ, ਇੱਕ ਰਮਨ ਕੌਸ਼ਲ ਆ, ਇੱਕ ਗਗਨੇਜਾ ਔਰ ਇੱਕ ਇਹਨਾਂ ਦੀ ਬੀ ਜ਼ੋਨ ਦੇ SC ਨੇ। ਇਹਨਾਂ 4 ਬੰਦਿਆਂ ਦੀ ਮੈਂ ਕੰਪਲੇਂਟ ਕੀਤੀ। ਇਹਨਾਂ ਦੀ ਟਿੰਟਡ ਇਮੇਜ ਹੈਗੀ ਹੈ, ਮੇਰੀ ਗੱਲ ਸੁਣੋ, ਇਹਨਾਂ ਦਾ ਇੰਟੀਗ੍ਰਿਟੀ ਡਾਊਟਫੁਲ ਆ। ਤੁਸੀਂ ਕਿਉਂ ਇਹਨਾਂ ਨੂੰ ਇਹ ਤੁਸੀਂ ਦੇਖਿਓ, ਆ ਰਮਨ ਕੌਸ਼ਲ ਇੱਥੇ ਐਕਸੀਅਨ ਬਣਿਆ, ਇੱਥੇ ਹੀ SC ਲੱਗੂ, ਇੱਥੇ ਹੀ ਅੱਗੇ ਜਾਊਗਾ। ਤੁਸੀਂ ਦੇਖ ਲਓ ਇਹਨਾਂ ਜਿਹੜਾ ਲਾਅ ਹੁਣ ਪਿੱਛੇ ਗਵਰਨਮੈਂਟ ਨੇ ਵੀ ਕਹਿਤਾ ਕਿ 3 ਸਾਲ ਤੋਂ ਵੱਧ ਜਿਹੜੀ ਪਬਲਿਕ ਡੀਲਿੰਗ ਵਾਲੀ ਹੈ ਉੱਤੇ 3 ਸਾਲ ਤੋਂ ਬਾਅਦ ਅਫਸਰ ਨੂੰ ਨਹੀਂ ਰੱਖਣਾ। ਕਾਨੂੰਨ ਤੁਹਾਡੇ ਮੇਰੇ ਵਾਸਤੇ ਆ, ਬਿਲਕੁਲ। ਸੀਟ ਬੈਲਟ ਨਹੀਂ ਲਾਈ, ਹੈਲਮਟ ਨਹੀਂ ਲਾਈ ਨਾ, ਕਾਨੂੰਨ ਤੁਹਾਡੇ ਮੇਰੇ ਵਾਸਤੇ ਆ। ਇਹਨਾਂ ਵਾਸਤੇ ਕਾਹਦਾ ਕਾਨੂੰਨ ਆ? ਗੱਲ ਸੁਣੋ, ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਹੈ। ਸਾਰਾ ਕੁਝ ਕਰਦੇ ਨੇ ਇਹ ਸਭ ਕੁਝ ਕਰਦੇ ਆ। ਇਹ ਸਾਰਾ ਕੁਝ ਜੋ ਸੋਚ ਸਕਦੇ ਹੋ ਸਾਰਾ ਕੁਝ ਕਰਦੇ ਆ। ਹੁਣ ਤੁਹਾਡੇ ਕੋਲ 212 ਕਰੋੜ ਦੇ ਵਿੱਚ ਕੀ ਇਹਨਾਂ ਨੇ ਮੁਹੱਈਆ ਕਰਾਇਆ, ਜਿਹਦੇ ਵਾਸਤੇ ਤੁਸੀਂ ਹਲੇ ਲੜਾਈ ਲੜ ਰਹੇ ਹੋ? ਔਰ ਲੋਕਾਂ ਨੂੰ ਜਾਗਰ ਕਿੱਦਾਂ ਕਰੋਗੇ ਜੇ ਤੁਹਾਡੇ ਕੋਲ ਕੁਝ ਮੁਹੱਈਆ ਨਹੀਂ? ਇਹਨੇ RTI ਦੇ ਥਰੂ ਵੀ ਨਹੀਂ ਕਰਾਇਆ ਤੇ ਆਮ ਬੰਦੇ ਨੂੰ ਕਿੱਦਾਂ ਦੱਸਣਗੇ? ਇਹੀ ਸਵਾਲ ਤੁਹਾਡੇ ਤੋਂ ਮੈਂ ਕਰਨ ਲੱਗਾ ਸੀ ਕਿ ਮੈਨੂੰ ਮੁਹੱਈਆ ਕਰਾਇਆ ਕੀ ਆ। ਮੈਂ ਹਾਈ ਕੋਰਟ ਦੇ ਵਿੱਚ ਗਿਆ ਜੀ, ਕੋਰਟ ਦੇ ਵਿੱਚ ਮੈਂ ਰਿਟ ਫਾਈਲ ਕੀਤੀ ਇਸ ਮੈਟਰ ਦੇ ਵਿੱਚ। ਮੈਨੂੰ ਕੁਝ ਹੋਰ ਰਿਕਾਰਡ ਪ੍ਰੋਡਿਊਸ ਕਰਨ ਲਈ ਕਿਹਾ। ਰਿਕਾਰਡ ਤਾਂ ਚਲੋ ਅਸੀਂ ਪ੍ਰੋਡਿਊਸ ਕਰ ਦਾਂਗੇ। ਇਹਨਾਂ ਨੂੰ ਨਾ ਬੜਾ ਵੱਡਾ ਵਹਿਮ ਹੈਗਾ ਕਿ ਥੱਕ ਹਾਰ ਜੂਗਾ, ਪਿੱਛਾ ਛੱਡ ਦੂਗਾ, ਇਨਫੋਰਮੇਸ਼ਨ ਕਮਿਸ਼ਨ ਚੋਂ ਕਰਾਂਗੇ, ਲੇਟ ਕਰ ਲਾਂਗੇ। ਅਕਸਰ ਨੂੰ ਇਨਫੋਰਮੇਸ਼ਨ ਤਾਂ ਦੇਣੀ ਪੈਣੀ ਹੈ, ਜੋ ਵੀ ਦੇਣੀ ਹੈ ਕਨਕਲੂਡ ਕਰਕੇ ਅਸੀਂ ਸਾਰਾ ਕੁਝ ਇਕੱਠਾ ਕਰਕੇ ਹਾਈ ਕੋਰਟ ਫੜਾ ਦੇਣਾ। ਮੇਰੀ ਗੱਲ ਸੁਣੋ, ਬਚਣਗੇ ਕਿੱਥੇ ਤੱਕ? ਇਹ ਪੋਸੀਬਲ ਨਹੀਂ ਹੈਗਾ। ਕੋਰਟ ਨੇ ਕੀ ਮੰਗਿਆ ਹੁਣ? ਦੇਖੋ, ਕੋਰਟ ਨੇ 2 ਚੀਜ਼ਾਂ ਕਹੀਆਂ। ਇੱਕ ਤਾਂ ਕੋਰਟ ਨੇ ਕਿਹਾ ਕਿ ਮੇਰੇ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਟੋਟਲ ਕਾਰਪੇਟਡ ਏਰੀਆ ਕਿੰਨਾ ਹੈ ਲੁਧਿਆਣੇ ਦਾ, ਜਿੱਥੇ 212 ਕਰੋੜ ਲੱਗਿਆ। ਹਾਂਜੀ ਜੀ, ਉਹ ਮੈਂ ਟੋਟਲ ਕਾਰਪੇਟਡ ਏਰੀਆ ਕੋਰਟ ਨੇ ਮੈਨੂੰ ਕਿਹਾ, ਮੈਂ ਇਹਨਾਂ ਨੂੰ ਪੁੱਛ ਲਿਆ RTI ਦੱਸੋ ਵੀ ਕਿੰਨਾ। ਦੱਸਦਾ ਇਹਨਾਂ ਨੇ? ਕਿੱਥੇ ਦੱਸਿਆ ਜੀ? ਅੱਛਾ, ਅਜੇ ਤੱਕ ਨਹੀਂ ਦੱਸਿਆ। ਦੱਸਣਗੇ ਤਾਂ ਫਸਣਗੇ। ਬਿਲਕੁਲ ਫਸਣਗੇ, ਬਿਲਕੁਲ ਫਸਣਗੇ। ਫਸਣਾ ਬਹੁਤ ਜਗ੍ਹਾ ਦੇ ਉੱਤੇ ਇਹਨਾਂ ਨੇ। ਇੱਕ ਕੀ ਕਰ ਰਹੇ ਨੇ ਕਿ ਜਿਹੜੀ ਮੈਜ਼ਰਮੈਂਟ ਬੁੱਕ ਆ ਇਹ ਡੇਲੀ ਇਹਨਾਂ ਨੇ ਭਰਨੀ ਹੁੰਦੀ ਆ। ਓਕੇ, ਡੇਲੀ ਮੈਜ਼ਰਮੈਂਟ ਬੁੱਕ ਭਰਨੀ ਹੁੰਦੀ ਆ। ਇਹ ਕੀ ਉਹਦੇ ਤੇ ਇਹਨਾਂ ਦੇ JE ਨੇ ਸਾਈਨ ਕਰਨੇ ਹੁੰਦੇ ਆ। ਜਿੰਨਾ ਕੰਮ ਹੋ ਗਿਆ ਸ਼ਾਮ ਨੂੰ ਉਹ ਮੈਜ਼ਰਮੈਂਟ ਬੁੱਕ ਭਰਨੀ ਆ। ਅਗਲੇ ਦਿਨ ਸਾਈਟ ਦੇ ਉੱਤੇ ਕੋਈ ਵੀ ਕਾਮਨ ਮੈਨ ਵੀ ਦੇਖ ਸਕਦਾ ਕਿ ਵੀ ਆ ਮੈਜ਼ਰਮੈਂਟ ਬੁੱਕ ਦੇ ਵਿੱਚ ਐਂਟਰੀ ਆ, ਇੰਨਾ ਕੰਮ ਹੋ ਗਿਆ ਤੇ ਅੱਗੇ ਇੰਨਾ ਬਾਕੀ ਆ। ਇਹ ਕੀ ਕਰਦੇ ਆ, ਕੱਚੇ ਜਿਹੇ ਕਾਗਜ਼ ਤੇ ਲਿਖੀ ਜਾਣਗੇ, ਪਤਾ ਨਹੀਂ ਲਿਖਦੇ ਆ ਵੀ ਕਿ ਨਹੀਂ ਲਿਖਦੇ। ਫਿਰ ਉਹ ਇੱਕੋ ਵਾਰੀ ਬੈਠ ਕੇ ਮੈਜ਼ਰਮੈਂਟ ਬੁੱਕ ਭਰ ਦਿੰਦੇ ਆ। ਉਹ ਚੀਜ਼ਾਂ ਘੁਟਾਲੇ ਨੂੰ ਇਲਜ਼ਾਮ ਦਿੰਦੀਆਂ। ਤੁਹਾਡੀਆਂ ਕੰਟਰੈਕਟਰ ਲੈਜਰਸ ਪ੍ਰੋਪਰਲੀ ਮੇਨਟੇਨ ਨਹੀਂ ਹੈਗੀਆਂ। ਮੈਂ ਦਾਅਵੇ ਨਾਲ ਕਹਿ ਸਕਦਾ ਜਿੱਦਾਂ ਕੰਟਰੈਕਟਰ ਲੈਜਰ ਇਹਨਾਂ ਨੇ ਮੇਨਟੇਨ ਕੀਤੀਆਂ ਹੋਈਆਂ, ਉਹਦੇ 'ਚ ਕਿਸੇ ਵਾਰੀ ਨੂੰ ਕਿਸੇ ਬੰਦੇ ਨੂੰ ਇੱਕ ਕੰਮ ਦੇ ਅਗੇਂਸਟ 2 ਵਾਰੀ ਪੇਮੈਂਟ ਵੀ ਹੋ ਸਕਦੀ, 3 ਵਾਰੀ ਵੀ ਹੋ ਸਕਦੀ ਹੈ, ਜਿਸ ਤਰੀਕੇ ਨਾਲ ਇਹਨਾਂ ਨੇ ਮੇਨਟੇਨ ਕੀਤੀਆਂ ਹੋਈਆਂ। ਮੇਰੇ ਕੋਲੇ 1200 ਕੁਛ ਪੇਜ ਨੇ ਉਹਦੇ, ਔਰ ਮੈਂ ਉਹਦੀ ਹੁਣ ਕੈਗ ਨੂੰ CAG ਨੂੰ ਵੀ ਕੰਪਲੇਂਟ ਕਰਨ ਲੱਗਾ, ਆਡੀਟਰ ਜਨਰਲ ਨੂੰ ਵੀ ਕੰਪਲੇਂਟ ਕਰਨ ਲੱਗਾ, ਵਿਜੀਲੈਂਸ ਦੀ ਇਨਕੁਆਇਰੀ ਵੀ ਲੱਗੀ ਆ, ਮਲਟੀਪਲ ਚੀਜ਼ਾਂ ਚੱਲ ਰਹੀਆਂ ਨੇ। ਠੀਕ ਹੈ। ਫਿਰ ਤੁਹਾਡਾ 313 MB ਦਾ ਮਾਮਲਾ ਤੁਹਾਨੂੰ ਮੈਂ ਦੱਸਿਆ, ਤੇ 17 ਸੜਕਾਂ ਦਾ ਮਾਮਲਾ ਦੱਸਿਆ। ਫਿਰ ਇਹ ਕਹਿੰਦੇ 17 ਸੜਕਾਂ ਦੀ ਗੱਲ ਆਪਾਂ ਕਰ ਲੈਂਦੇ ਆ। ਉਹਦੇ ਵਿੱਚ ਹੁਣ ਕੀ ਐਕਸ਼ਨ ਲਿੱਤਾ ਗਿਆ ਜਦੋਂ ਉਹ ਫੇਲ ਹੀ ਹੋ ਗਈਆਂ, ਟੈਕਨੀਕਲ ਗਰਾਊਂਡ ਤੇ ਫੇਲ ਆ? ਤੇ ਕੀ ਕਮਿਸ਼ਨਰ ਨੇ ਜਾਂ ਉੱਥੇ ਤੁਹਾਡੇ ਮੰਤਰੀ ਨੇ ਜਾਂ ਸਰਕਾਰ ਨੇ ਉਹਨਾਂ ਦੇ ਤੁਸੀਂ ਧਿਆਨ 'ਚ ਲਿਆਂਦਾ, ਕੋਈ ਐਕਸ਼ਨ ਹੋਇਆ ਉੱਤੇ? ਮਹਿਰਾ ਜੀ, ਮੈਨੂੰ ਦੱਸਿਆ ਹੀ ਨਹੀਂ ਗਿਆ। ਮੈਂ ਕੰਪਲੇਂਟ ਕੀਤੀ, ਸੈਂਪਲ ਫੇਲ ਹੋ ਗਏ, ਜਾਂਚ ਹੋਈ, ਸੈਂਪਲ ਫੇਲ ਹੋ ਗਏ, 17 ਦੀਆਂ 17 ਸੜਕਾਂ ਫੇਲ ਹੋ ਗਈਆਂ। ਉਸ ਤੋਂ ਬਾਅਦ ਇਹਨਾਂ ਨੇ ਕੁਝ ਦੁਬਾਰਾ ਵੀ ਬਣਵਾਈਆਂ, ਲੇਕਿਨ ਅਫਸਰਾਂ ਦੇ ਕੀ ਐਕਸ਼ਨ ਲਿੱਤਾ ਗਿਆ ਮੈਨੂੰ ਨਹੀਂ ਦੱਸਿਆ ਗਿਆ। ਜੇ ਨਵੀਆਂ ਸੜਕਾਂ ਦੀ ਆਪਾਂ ਗੱਲ ਕਰੀਏ 170 ਕਰੋੜ ਦੀ, ਉਹ ਵੀ ਤੁਸੀਂ ਗੱਲ ਕਰ ਰਹੇ ਹੋ, ਉਹ ਵੀ ਆਪਾਂ ਗੱਲ ਕਰ ਲਈਏ, ਕੋਈ ਸਮਾਂ ਸਾਡੇ ਕੋਲ ਘੱਟ ਹੈ। ਲੇਕਿਨ ਤੁਸੀਂ ਪੂਰਾ ਸ਼ਹਿਰ, ਤੁਸੀਂ ਵੀ ਸ਼ਹਿਰ 'ਚ ਰਹਿੰਦੇ ਹੋ, ਅਸੀਂ ਵੀ ਸ਼ਹਿਰ 'ਚ ਰਹਿੰਦੇ, ਲੋਕ ਵੀ ਸਾਨੂੰ ਰੋਜ਼ ਪੁੱਛਦੇ ਨੇ ਵੀ ਇਹ ਪੈਸਾ ਕਿੱਥੇ ਲੱਗਿਆ, ਨਵੀਆਂ ਸੜਕਾਂ ਕਿੱਥੇ ਬਣੀਆਂ, ਸਾਰਾ ਸ਼ਹਿਰ ਟੁੱਟਾ ਹੋਇਆ। ਤੁਸੀਂ ਪ੍ਰਾਪਰਟੀ ਟੈਕਸ ਦਿੰਦੇ ਹੋ ਜੀ, ਮੈਂ ਵੀ ਪ੍ਰਾਪਰਟੀ ਟੈਕਸ ਦਿੰਦਾ। ਬੇਸਿਕਲੀ ਅਸੀਂ ਪ੍ਰਾਪਰਟੀ ਟੈਕਸ ਨਹੀਂ ਦੇ ਰਹੇ, ਅਸੀਂ ਇਹਨਾਂ ਅਫਸਰਾਂ ਦੀਆਂ ਜੇਬਾਂ ਭਰ ਰਹੇ। ਬੜੀ ਲੋਕਾਂ ਦਾ ਪੈਸਾ ਉਹ ਨਹੀਂ ਜੀ, ਨਹੀਂ, ਲੋਕਾਂ ਦਾ ਪੈਸਾ ਤੁਸੀਂ ਸਿੱਧਾ ਇਹਨਾਂ ਦੀ ਜੇਬ 'ਚ ਹੀ ਪਾ ਦਿਓ। ਕਾਹਦੇ ਕਾਰਪੋਰੇਸ਼ਨ 'ਚ ਜਮ੍ਹਾਂ ਕਰਾਉਂਦੇ ਹੋ, ਫਿਰ ਕਾਰਪੋਰੇਸ਼ਨ 'ਚੋਂ ਇਹ ਠੇਕੇਦਾਰ ਨੂੰ ਦਿੰਦੇ ਆ, ਫਿਰ ਠੇਕੇਦਾਰ ਅੱਗੋਂ ਇਹਨਾਂ ਨੂੰ ਦਿੰਦੇ ਆ, ਤੇ ਇਹ ਅੱਗੋਂ ਕਮਿਸ਼ਨਾਂ ਲੈਂਦੇ ਆ ਤੇ ਸੈਟਲਮੈਂਟਾਂ ਕਰਦੇ ਆ। ਸਿੱਧਾ ਹੀ ਕਹਿ ਦੋ ਵੀ ਫਲਾਂ ਆਹ ਨੰਬਰ ਵਾਰਡ ਦੇ ਬੰਦੇ ਫਲਾਂ ਅਫਸਰ ਦੀ ਜੇਬ 'ਚ ਪੈਸੇ ਪਾਓ, ਆ ਗਿਆ ਤੁਹਾਡਾ ਰੈਵਨਿਊ, ਠੀਕ ਆ, ਮੰਨ ਲਾਂਗੇ। ਇਹ ਤਾਂ ਇੱਥੇ ਤੱਕ ਹਾਲ ਆ। ਮੈਂ ਤਾਂ ਸਿੱਧਾ ਕਹਿੰਦਾ ਪਿਆ, ਇਹਨਾਂ ਨੇ ਕਰ ਲੈਣ ਜੋ ਕਰਨਾ ਮੇਰਾ।
ਨਹੀਂ, ਇੱਕ ਪਾਸੇ ਤਾਂ ਕਹਿੰਦੇ ਸਰਕਾਰ ਖਜ਼ਾਨਾ ਖਾਲੀ ਹੈ, ਇੱਕ ਪਾਸੇ ਇਸ ਤਰੀਕੇ ਨਾਲ ਜੇਬਾਂ ਭਰੀ ਸਰ ਜਾਂਦੇ ਜਦੋਂ 212 ਕਰੋੜ ਦੇ ਪੈਚ ਲੱਗ ਜਾਣਗੇ ਤੇ ਖਜ਼ਾਨਾ ਖਾਲੀ ਹੋਊਗਾ। ਮੇਰੀ ਇੱਕ ਗੱਲ ਸੁਣੋ, ਬਿਲਕੁਲ ਜਦੋਂ 200 ਆ ਮੈਂ ਇੱਕ ਡਿਟੇਲ ਦੇਖਦਾ ਸੀ, ਮੁੱਖ ਮੰਤਰੀ ਨੇ ਪਤਾ ਲੱਗਿਆ ਜੀ 166 ਕਰੋੜ ਰੁਪਈਆ ਹਵਾਈ ਯਾਤਰਾ ਦੇ ਖਰਚ ਕੀਤਾ 9 ਸਾਲਾਂ ਦੇ ਵਿੱਚ। 9 ਸਾਲਾਂ 'ਚ ਹਵਾਈ ਖਰਚਾ ਤਾਂ ਹੋਇਆ 166 ਕਰੋੜ, ਪੈਚ ਲੱਗ ਗਏ 212 ਕਰੋੜ ਦੇ। ਯਾਰ ਕਮਾਲ ਹੋ ਗਈ ਤੁਹਾਡੀ ਯਾਰ, ਇਹ ਕੀ ਕਿੱਧਰ ਨੂੰ ਕਰ ਰਹੇ ਹੋ ਤੁਸੀਂ? ਫਿਰ ਤੁਸੀਂ ਅਗਲੀ 1.5 ਸਾਲ ਦੀ ਇਨਫੋਰਮੇਸ਼ਨ ਨਹੀਂ ਦੇ ਰਹੇ, ਨਾ ਤੁਸੀਂ ਕੰਪਲੇਂਟਾਂ ਦੇ ਵਿੱਚ ਕੋਆਪਰੇਟ ਕਰ ਰਹੇ ਹੋ। ਤੁਹਾਡਾ ਸੀਵੀਓ ਡਿਪਾਰਟਮੈਂਟ ਤੁਹਾਡੇ ਤੋਂ ਬਾਰ-ਬਾਰ ਚਿੱਠੀਆਂ ਲਿਖ ਕੇ ਰਿਕਾਰਡ ਮੰਗ ਰਿਹਾ, ਰਿਕਾਰਡ ਤੁਸੀਂ ਨਹੀਂ ਦੇ ਰਹੇ ਹੈਗੇ। ਫਿਰ ਤੁਸੀਂ ਜੇ ਤੁਹਾਨੂੰ ਇਹਨਾਂ ਨੂੰ ਕੋਈ ਕਹੇ ਇਹ ਕਰਪਟ ਨੇ, ਫਿਰ ਇਹਨਾਂ ਨੂੰ ਇਤਰਾਜ਼ ਹੁੰਦਾ ਵੀ ਸਾਨੂੰ ਕਰਪਟ ਕਿਉਂ ਕਹਾ। ਹੋਰ ਕੀ ਕਹੀਏ ਇਹਨਾਂ ਨੂੰ? ਉਹ ਆਪ ਦੱਸ ਦੇਣ ਨਵਾਂ ਨਾਮ ਕੋਈ ਰਿਫਾਈਨਡ ਜਾਂ ਸੁਜੈਸਟ ਕਰ ਦੇਣ, ਉਹ ਕਹਿ ਦਿਆ ਕਰਾਂਗੇ। ਬਿਲਕੁਲ। ਤੁਸੀਂ ਕਰਪਸ਼ਨ ਦੀ ਵੀ ਗੱਲ ਕੀਤੀ, ਹੁਣ ਆਪਾਂ ਉਹਦੇ ਮੁੱਦੇ ਤੇ ਗੱਲ ਕਰਦੇ ਹਾਂ। ਤੁਸੀਂ B&R ਬ੍ਰਾਂਚ ਦੀ ਗੱਲ ਕੀਤੀ, ਠੇਕੇਦਾਰਾਂ ਦੀ ਗੱਲ ਕੀਤੀ। ਹੁਣ ਪਿੱਛੇ ਜੇ ਕਾਫੀ ਦਿਨਾਂ ਤੋਂ B&R ਡਿਪਾਰਟਮੈਂਟ ਦੇ ਅਫਸਰਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਖਿਲਾਫ ਠੇਕੇਦਾਰਾਂ ਨੇ ਆਪਣੀ ਸਟ੍ਰਾਈਕ ਕੀਤੀ ਹੈ। ਸਟ੍ਰਾਈਕ ਦਾ ਇੱਕੋ ਹੀ ਮੁੱਦਾ ਸੀ ਵੀ ਸਾਡੇ ਕੋਲ ਇਹ ਕਮਿਸ਼ਨ ਲੈਂਦੇ ਨੇ। ਉਹ ਜਦੋਂ ਕਮਿਸ਼ਨ ਲੈਂਦੇ ਨੇ ਤੇ ਓਬਵੀਅਸਲੀ ਸੜਕਾਂ ਦਾ ਜਿਹੜਾ ਹੈ ਉਹ ਜਿਸ ਤਰੀਕੇ ਨਾਲ ਕੁਆਲਿਟੀ ਨਾਲ ਬਣਨੀ ਚਾਹੀਦੀ ਉਹ ਨਹੀਂ ਬਣ ਗਈ, ਕਿਉਂਕਿ ਪੈਸਾ ਉਹਨਾਂ ਨੂੰ ਜਾਂਦਾ, ਉਹਨਾਂ ਦੀ ਜੇਬਾਂ 'ਚ ਜਾਂਦਾ। ਉਹ ਮੁੱਦਾ ਉਠਾਇਆ ਹੋਇਆ। ਉਸ ਮੁੱਦੇ ਤੇ ਵੀ ਹਾਲੇ ਤੱਕ ਨਗਰ ਨਿਗਮ ਨੇ ਨਾ ਸਰਕਾਰ ਨੇ ਤਾਂ ਨਾ ਹਾਲੇ ਤੱਕ ਜਿਹੜੇ ਨਗਰ ਨਿਗਮ ਦੇ ਡਿਪਾਰਟਮੈਂਟ ਦੇ ਮੰਤਰੀ ਹੈ, ਕਿਸੇ ਦਾ ਹਾਲੇ ਤੱਕ ਜਵਾਬ ਨਹੀਂ ਆਇਆ। ਚਾਹੇ ਉਹਨਾਂ ਨੇ ਬੁਲਾਇਆ ਜ਼ਰੂਰ ਆ, ਲੇਕਿਨ ਜਦ ਕੰਮ ਬੰਦ ਪਿਆ, ਨਾ ਕਮਿਸ਼ਨਰ ਨੂੰ ਕੋਈ ਫਿਕਰ ਆ, ਨਾ ਮੇਅਰ ਨੂੰ ਕੋਈ ਫਿਕਰ ਆ, ਉਲਟਾ ਨਿੱਜੀ ਰੰਜਿਸ਼ਾਂ ਕੱਢਦੇ ਨੇ। ਤਾਂ ਤੁਹਾਡੇ ਨੂੰ ਵੀ ਮੈਨੂੰ ਲੱਗਦਾ ਵੀ ਤੁਹਾਡੇ ਤੇ ਵੀ ਜਿੱਦਾਂ ਤੁਸੀਂ ਦੱਸਿਆ ਵੀ ਨਿੱਜੀ ਰੰਜਿਸ਼ਾਂ ਕੱਢਦੇ ਨੇ ਮੇਰੇ ਤੇ। ਇਹ ਠੇਕੇਦਾਰਾਂ ਦੀ ਜਿਹੜੀ ਲਾਇਆ ਹੈ ਉਹਨਾਂ ਨੇ ਇਲਜ਼ਾਮ, ਇੱਕ ਤੱਕ ਸਹੀ ਹੈ? ਦੇਖੋ ਜੀ, ਥੋੜਾ ਜਿਹਾ ਕੌੜਾ ਬੋਲੂੰਗਾ, ਇਹ ਠੇਕੇਦਾਰ ਜਾਣਨ ਤੇ ਅਫਸਰ ਜਾਣਨ। ਦਿੰਦੇ ਠੇਕੇਦਾਰ ਰਹੇ ਆ, ਲੈਂਦੇ ਅਫਸਰ ਰਹੇ ਆ। ਇਹ ਅੱਜ ਰੌਲਾ ਕਿਉਂ ਪਿਆ? ਮੈਂ ਤਾਂ ਸਿੱਧੀ ਗੱਲ ਕਹੂੰਗੀ, ਇਹਦਾ ਜਿੱਦਣ ਉਹਨਾਂ ਨੇ ਮੰਗਿਆ ਸੀ ਉਹਨਾਂ ਨੂੰ ਉਦੋਂ ਹੀ ਰੌਲਾ ਪਾ ਦੇਣਾ ਚਾਹੀਦਾ ਸੀ। ਠੀਕ ਹੈ ਨਾ? ਇਸ ਲਈ ਮੈਂ ਇਸ ਮੈਟਰ ਤੇ ਤਾਂ ਕੋਈ ਕਮੈਂਟ ਨਹੀਂ ਕਰ ਸਕਦਾ, ਕਿਉਂਕਿ ਅਸੀਂ ਰੌਲਾ ਸ਼ੁਰੂ ਤੋਂ ਪਾਉਂਦੇ ਆ। ਸਾਡੀ ਮਜਬੂਰੀ ਹੁੰਦੀ ਹੈ, ਜਿਹੜਾ ਕਰੋੜਾਂ ਰੁਪਈਆ ਬਿੱਲ ਅਸੀਂ ਲਾ ਬੈਠੇ ਆ, ਹਰ ਠੇਕੇਦਾਰ ਦੀ ਜੇਬ 'ਚ ਇੰਨੇ ਪੈਸੇ ਨਹੀਂ ਹੁੰਦੇ ਵੀ ਉਹਨਾਂ। ਉਹ ਜਦੋਂ ਅਸੀਂ ਬਿੱਲ ਲੈਣ ਜਾਂਦੇ ਹੋ ਤਾਂ ਸਾਡਾ ਬਿੱਲ ਵੀ ਰੋਕ ਲੈਂਦੇ ਤੇ ਅਗਲਾ ਕੰਮ ਵੀ ਰੋਕ ਲੈਂਦੇ ਨੇ। ਮੈਂ ਜੋ ਕੰਪਲੇਂਟ ਕਰਦਾ, ਮੈਂ ਡਾਕੂਮੈਂਟਰੀ ਐਵੀਡੈਂਸ ਬੇਸ ਦੇ ਉੱਤੇ ਕੰਮ ਕਰਦਾ। ਜੇ ਕਿਸੇ ਕੰਟਰੈਕਟਰ ਨੂੰ ਇਹਨਾਂ ਨੇ ਪ੍ਰਨੋਟ ਲਿਖ ਕੇ ਦਿੱਤਾ ਹੋਵੇ, ਵੀ ਕਮਿਸ਼ਨ ਦੇ ਵੰਡੇ ਪ੍ਰਨੋਟ ਦਿੱਤਾ ਹੋਵੇ ਜਾਂ ਕੋਈ ਰਸੀਦ ਦਿੱਤੀ ਹੋਵੇ, ਲਿਆਉਣ ਤੇ ਫਿਰ ਵੇਖ ਲੈਂਦੇ ਆ। ਮੇਰੀ ਇੱਕ ਗੱਲ ਸੁਣੋ, ਠੀਕ ਹੈ ਨਾ? ਹੁਣ ਉਹ ਕਹਿੰਦੇ ਸਾਡੇ ਕੋਲ ਸਬੂਤ ਹੈ। ਮੇਰੀ ਗੱਲ ਹੋਈ ਸੀ, ਕਹਿੰਦੇ ਅਸੀਂ ਐਫੀਡੇਵਿਟ ਦੇਣ ਨੂੰ ਤਿਆਰ ਆ, ਸਾਡੇ ਕੋਲ ਆਡੀਓ ਵੀ ਪ੍ਰੂਫ ਆ, ਵੀਡੀਓ ਪ੍ਰੂਫ ਆ। ਮੈਂ ਕਹਿੰਦਾ ਜੀ ਦੇਖੋ, ਮੈਂ ਇਹਦੇ ਵਿੱਚ ਮੈਂ ਬਿਲਕੁਲ ਨਹੀਂ ਕਹਿੰਦਾ ਕਿ ਅਫਸਰ ਇਹਦੇ ਵਿੱਚ ਦੁੱਧ ਤੇ ਧੁਲੇ ਹੋਏ ਨੇ ਜਾਂ ਧੁਲੇ ਹੋਏ ਨੇ। ਇਹ ਸਾਰੇ ਇਕੱਠੇ ਹੀ ਨੇ। ਗੱਲ ਸਮਝ ਲਓ ਤੁਸੀਂ। ਉਹ ਦਿੰਦੇ ਰਹੇ, ਉਹ ਲੈਂਦੇ ਰਹੇ। ਹੁਣ ਕੋਈ ਫਰਕ ਪੈ ਗਿਆ, ਆਪਸ 'ਚ ਲੜ ਪਏ। ਠੀਕ ਹੈ, ਲੜ ਪਏ। ਉਹ ਤੁਸੀਂ ਇੱਕ ਦੋ ਬੰਦੇ ਇਹਨਾਂ ਦੇ ਸਟੇਟ ਵਿਜੀਲੈਂਸ 'ਚ ਫਸਾ ਦਿਓ। ਫਿਰ ਜੇ ਤੁਹਾਨੂੰ ਪਰੇਸ਼ਾਨ ਹੀ ਕਰਦੇ ਪਏ ਨੇ ਠੇਕੇਦਾਰ, ਉਹਨਾਂ ਨੇ ਰੋਕ ਲਿਆ ਵੀ ਹਾਂਜੀ ਅਸੀਂ ਸਾਨੂੰ ਨਾ ਕਮਿਸ਼ਨ ਦਿਓ, ਤੁਹਾਡਾ ਅਸੀਂ ਦਵਾਂਗੇ, ਤੁਹਾਨੂੰ ਕੰਮ ਦਵਾਂਗੇ। ਮੇਰੀ ਗੱਲ ਸੁਣੋ ਨਾ, ਫਿਰ ਇਹਨਾਂ ਦੀ ਯੂਨੀਅਨ 'ਚ ਚਾਹੀਦਾ ਵੀ ਜੇ ਇਹਨਾਂ ਨੂੰ ਪਰੇਸ਼ਾਨ ਕਰਦੇ ਪਏ ਨੇ, ਇੱਕ ਦੋ ਬੰਦਿਆਂ ਨੂੰ ਰੰਗੇ ਹੱਥੀਂ ਸਟੇਟ ਵਿਜੀਲੈਂਸ ਦੇ ਵਿੱਚ ਫਸਾ ਦੇਣ। ਆਪੇ ਪਤਾ ਲੱਗ ਜੂ ਵੀ ਉਹ ਅਫੋਰਡ ਕਰ ਸਕਦੇ ਕਿ ਨਹੀਂ ਕਰ ਸਕਦੇ। ਹੁਣ ਇਸ ਮੈਟਰ ਦੇ ਉੱਤੇ ਉਹ ਪੈਸੇ ਮੰਗਦਾ, ਉਹ ਨਹੀਂ ਮੰਗਦਾ। ਕਮਿਸ਼ਨਰ ਸਾਹਿਬ ਤੇ ਮੇਅਰ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਨੇ। ਠੀਕ ਹੈ ਨਾ? ਇਸ ਮੈਟਰ ਦੇ ਵਿੱਚ ਮੇਰੀ ਗੱਲ ਸੁਣੋ, ਜਾਂਚ ਠੀਕ ਹੈ, ਇੱਕ ਫੇਅਰ ਜਾਂਚ ਹੋ ਜਾਣੀ ਚਾਹੀਦੀ ਹੈ ਇਸ ਮੈਟਰ ਦੇ ਵਿੱਚ। ਇਹ ਮੈਟਰ ਜੇ ਮੈਂ ਤਾਂ ਸਮਝਦਾ ਕਿ ਅਗਰ ਕੋਈ ਬੰਦਾ ਉੱਠ ਕੇ ਐਲੀਗੇਸ਼ਨ ਲਗਾ ਰਿਹਾ ਕਰਪਸ਼ਨ ਦੇ, ਜਾਂ ਅਗਰ ਉਹ ਕਰਪਸ਼ਨ ਦੇ ਐਲੀਗੇਸ਼ਨ ਲਗਾ ਰਿਹਾ ਤਾਂ ਫਿਰ ਠੇਕੇਦਾਰ ਇਹ ਵੀ ਐਡਮਿਟ ਕਰਦੇ ਨੇ ਕਿ ਉਹਨਾਂ ਨੇ ਸਬਸਟੈਂਡਰਡ ਕੰਮ ਕੀਤਾ। ਦੇਖੋ, ਜੇ ਕਰਪਸ਼ਨ ਕੀਤੀ, ਪੈਸੇ ਦਿੱਤੇ ਤਾਂ ਇਹਦਾ ਮਤਲਬ ਸਬਸਟੈਂਡਰਡ ਕੰਮ ਕੀਤਾ। ਦੋਸ਼ੀ ਉਹ ਵੀ ਸਾਬਤ ਹੁੰਦੇ ਪਏ ਨੇ। ਫਿਰ ਲੈਟ ਦਾ ਮੈਟਰ ਬੀ ਸੈਂਟ ਟੂ ਦੀ ਸਟੇਟ ਵਿਜੀਲੈਂਸ। ਸਾਰਿਆਂ ਦੇ ਇਨਕੁਆਇਰੀ ਹੋ ਜਾਵੇ, ਜਿਹੜਾ ਪਤਾ ਚੱਲ ਜਾਵੇ। ਦੇਖੋ, ਇਹ ਤਾਂ ਹੋ ਨਹੀਂ ਸਕਦਾ ਕਿ 20% ਜਾਂ 25% ਠੇਕੇਦਾਰ ਨੇ ਕਮਿਸ਼ਨ ਦਿੱਤਾ, 15-20% ਆਪਣਾ ਵੀ ਬਚਾਇਆ, ਤਾਂ ਉਹਦੇ ਵਿੱਚ ਮਟੀਰੀਅਲ ਦੇ ਵਿੱਚ ਹੇਰਾਫੇਰੀ ਨਹੀਂ ਹੋਈ। ਉਸ ਹੇਰਾਫੇਰੀ ਦੀ ਨੌਲੇਜ ਅਫਸਰਾਂ ਨੂੰ ਵੀ ਸੀ, ਉਸ ਹੇਰਾਫੇਰੀ ਦੀ ਨੌਲੇਜ ਕੰਟਰੈਕਟਰਸ ਨੂੰ ਵੀ ਸੀਗੀ। ਉਹਦੇ ਵਿੱਚ ਦੋਨੋਂ ਪਾਰਟੀਆਂ ਜਿਹੜੀਆਂ ਸੀਗੀਆਂ, ਦੋਨਾਂ ਦਾ ਬਰਾਬਰ ਰੋਲ ਸੀਗਾ। ਤੇ ਨਾਓ ਅਗਰ ਉਹਨਾਂ ਨੇ ਕਿਸੇ ਮਜਬੂਰੀ ਦੇ ਤਹਿਤ ਪੈਸੇ ਦਿੱਤੇ ਨੇ, ਲੈਟ ਦਾ ਮੈਟਰ ਬੀ ਇਨਕੁਆਇਰਡ ਬਾਈ ਦੀ ਸਟੇਟ ਵਿਜੀਲੈਂਸ। ਆਪੇ ਪਤਾ ਚੱਲ ਜਾਊਗਾ ਵੀ ਦੋਸ਼ੀ ਕੌਣ ਹੈਗਾ, ਕੌਣ ਨਹੀਂ ਹੈਗਾ। ਉਹਦਾ ਮਤਲਬ ਮਜਬੂਰ ਕੀਤਾ ਜਾਂਦਾ ਤੁਸੀਂ ਕਰਪਸ਼ਨ ਕਰੋ, ਇਹਦਾ ਮਤਲਬ ਤਾਂ ਇਹ ਹੋ ਗਿਆ ਨਾ ਤੁਹਾਨੂੰ ਇਦਾਂ ਦੇ ਹਾਲਾਤ ਪੈਦਾ ਕਰਨੇ ਆ, ਤੁਹਾਨੂੰ ਮਜਬੂਰ ਕੀਤਾ ਜਾਵੇ। ਮੈਂ ਇਹ ਕਹਿੰਦਾ ਜੀ, ਆਮ ਵੀ ਦੇਖਿਆ ਗਿਆ ਸੀ ਕਾਰਪੋਰੇਸ਼ਨ ਦੇ ਵਿੱਚ, ਆਮ ਨਾਗਰਿਕ ਵੀ ਜਦੋਂ ਜਾਂਦੇ ਆ ਉਹ ਕਹਿੰਦੇ TS1 ਦੇ ਦਿਓ, ਉਹ ਦੇ ਦਿਓ, ਉਹਨੇ ਦੇਣਾ ਹੀ ਨਹੀਂ।
ਕਿਸੇ ਕੋਠੀ ਦੀ ਨਕਸ਼ਾ ਬਣਾਓ, ਉਹਨੇ ਨਕਸ਼ਾ ਤਾਂ ਦੇਣਾ ਨਹੀਂ ਜਦ ਤੱਕ ਉਹ ਪਰੇਸ਼ਾਨ ਨਾ ਹੋ ਜਾਏ, 100 ਹੁਣ ਚੱਕਰ ਨਾ ਕੱਟ ਲਵੇ, ਉਧਰ ਉਹਦੇ ਖਰਚਾ ਪਿਆ ਹੁੰਦਾ, ਉਧਰ ਉਹਨੂੰ ਪੈਸੇ ਦੇਣੇ ਹੀ ਪੈਂਦੇ ਆ। ਇਹ ਆਮ ਲੋਕਾਂ ਦੀ ਧਾਰਨਾ। ਇਹ ਤਾਂ ਠੇਕੇਦਾਰ ਤਾਂ ਚਲੋ ਰੋਜ਼ ਦਾ ਵਾਸਤਾ, ਤੁਸੀਂ ਵੀ ਦੱਸਿਆ ਵੀ ਮੇਰਾ ਰੋਜ਼ ਦਾ ਵਾਸਤਾ, ਸਾਨੂੰ ਇਹ ਇਨਕੁਆਇਰੀ ਨਹੀਂ ਦਿੰਦੇ, ਸਾਨੂੰ ਕੋਈ ਨੌਲੇਜ ਨਹੀਂ ਦਿੰਦੇ। ਤਾਂ ਦੇਖੋ ਮੈਨੂੰ ਨਹੀਂ ਦਿੰਦੇ, ਮੈਂ ਲਿਖ ਕੇ ਭੇਜੀ ਜਾਂਦਾ ਨਾ, ਮੈਂ ਆਪਦੇ ਕੋਲੇ ਤਾਂ ਕੁਝ ਰੱਖਦਾ ਨਹੀਂ ਪਿਆ, ਲੇਕਿਨ ਟੋਟਲ ਓਵਰਆਲ ਮੈਟਰ ਦੇ ਵਿੱਚ ਸਫਰਰ ਕੌਣ ਹੈ? ਟੈਕਸ ਪੇਅਰ ਸਫਰਰ ਹੈ, ਸਿਟੀਜ਼ਨ ਸਫਰਰ ਹੈ। ਚਾਹੇ ਉਹ ਕੋਈ ਕੰਟਰੈਕਟਰ ਕਰ ਰਿਹਾ, ਚਾਹੇ ਕੋਈ ਅਫਸਰ ਕਰ ਰਿਹਾ, ਚਾਹੇ ਕੋਈ ABCD ਰਲ ਕੇ ਕਰ ਰਹੇ ਨੇ, ਜਾਂ ਇਹਨਾਂ ਦੇ ਉੱਪਰ ਮੰਤਰੀ ਤੱਕ। ਸਾਨੂੰ ਇਹ ਵੀ ਪਤਾ ਵੀ ਇਹਨਾਂ ਦਾ ਮੰਤਰੀ ਕੀ ਕਰਦਾ ਪਿਆ, ਪੈਸੇ ਲਏ ਬਿਨਾਂ ਤਾਂ ਪੋਸਟਿੰਗ ਨਹੀਂ ਕਰਦਾ। ਮੈਂ ਔਨ ਰਿਕਾਰਡ ਬੋਲਦਾ, ਸਾਨੂੰ ਸਭ ਪਤਾ, ਤਾਂ ਮਸ਼ਹੂਰ ਹੈ ਇਹਨਾਂ ਦਾ ਮੰਤਰੀ ਤਾਂ ਪੈਸੇ ਲਏ ਬਿਨਾਂ ਪੋਸਟਿੰਗ ਨਹੀਂ ਕਰਦਾ ਪਿਆ। ਜਿਹੜਾ ਪੈਸੇ ਦੇ ਕੇ ਲੈ ਕੇ ਪੋਸਟਿੰਗ ਕਰੂਗਾ, ਜਦੋਂ ਉਹ ਥੱਲੇ ਆਊਗਾ ਤਾਂ ਥੱਲੇ ਉਹਨੇ ਕਰਪਸ਼ਨ ਕਰਨੀ ਹੀ ਕਰਨੀ ਹੈ, ਉਹਨੇ ਲੁੱਟਣਾ ਹੀ ਆ। ਉਹਨੇ ਉਹਨੇ ਕੀ ਕਰਨਾ? ਉਹਨੇ ਪਹਿਲਾਂ ਆਪਣੇ ਪੂਰੇ ਕਰਨੇ, ਫਿਰ ਉਹਨੇ ਦੇਖਣਾ ਹੁਣ ਮੈਂ ਕਮਾਉਣ ਦਾ ਟਾਈਮ ਆ ਗਿਆ। ਤਾਂ ਉਹ ਇਹ ਤਾਂ ਛੁਰੀ ਉੱਤੋਂ ਚੱਲਣੀ ਬੰਦ ਹੋਣੀ ਚਾਹੀਦੀ ਹੈ ਜੀ। ਮੈਂ ਤਾਂ ਸਮਝਦਾ ਇਹ ਕੋਈ ਠੀਕ ਨਹੀਂ ਹੈਗੀ ਗੱਲ। ਇਹ ਤੁਸੀਂ ਹੋਰ ਵੀ ਬੜੇ ਖੁਲਾਸੇ ਕੀਤੇ ਨੇ, ਜਿਹੜੇ ਅਹਿਮ ਖੁਲਾਸੇ। ਹੁਣ ਤੁਸੀਂ ਕੀ ਕਹਿੰਦੇ, ਜਿਹੜੇ ਹਾਲੇ ਤੁਹਾਡੇ ਖੁਲਾਸੇ ਪੈਂਡਿੰਗ ਪਏ ਨੇ, ਜਿੱਥੇ ਕੋਈ ਸਰਕਾਰ ਸੁਣਵਾਈ ਨਹੀਂ ਹੋ ਰਹੀ, ਵਿਜੀਲੈਂਸ ਵੀ ਸੁਣਵਾਈ ਨਹੀਂ ਹੋ ਰਹੀ, ਉਹ ਕਿਹੜੇ ਨੇ? 25 ਦੇ ਕਰੀਬ ਮੈਟਰ ਨੇ ਜੀ। 25 ਦੇ ਕਰੀਬ ਮੈਟਰ ਨੇ, ਤੇ 8-10 ਦੇ ਕਰੀਬ ਹਾਈ ਕੋਰਟ 'ਚ ਚੱਲਦੇ ਪਏ ਨੇ ਜੀ, ਤੇ ਜਿਨ੍ਹਾਂ ਦੇ ਵਿੱਚ ਮੇਰੀ ਸੁਣਵਾਈ ਨਹੀਂ ਹੋ ਰਹੀ ਹੈਗੀ। ਤੇ ਇਹ ਮੈਟਰਸ ਦੀ ਕਿਉਂ, ਮੈਨੂੰ ਇਹਨਾਂ ਦੀਆਂ ਜਾਂਚ ਏਜੰਸੀਆਂ ਤੇ ਭਰੋਸਾ ਨਹੀਂ ਹੈ। ਮੈਂ ਬੜੀ ਕਲੀਅਰ ਗੱਲ ਕਰਾਂ, ਕਿਉਂਕਿ ਜਾਂਚ ਕੌਣ ਕਰੂਗਾ? ਇਹਨਾਂ ਦਾ ਵਿਜੀਲੈਂਸ ਵਿੰਗ। ਉਹ ਕੌਣ ਆ? ਇਹਨਾਂ 'ਚੋਂ ਹੀ ਗਏ ਹੋਏ ਨੇ ਹੈ। ਉਹ ਇੱਥੇ ਲੱਗਿਆ ਸੀ, ਗੱਲ ਨੂੰ ਉੱਥੇ ਲੱਗ ਗਿਆ, ਠੀਕ ਆ। ਤੇ ਇਹ ਇਸ ਲਈ ਇਹ ਸਿਸਟਮ ਦਾ ਆਵਾ ਉੱਤਿਆ ਪਿਆ। ਬੇਸਿਕਲੀ ਜਦ ਤੱਕ ਪੋਲੀਟੀਕਲ ਵਿਲ ਨਹੀਂ ਹੁੰਦੀ, ਉੱਤੋਂ ਇਹਨਾਂ ਦਾ ਮੰਤਰੀ ਠੀਕ ਨਹੀਂ ਹੁੰਦਾ, ਮੁੱਖ ਮੰਤਰੀ ਠੀਕ ਨਹੀਂ ਹੁੰਦਾ, ਇਹਨਾਂ ਦੀ ਬਿਊਰੋਕ੍ਰੇਸੀ ਠੀਕ ਨਹੀਂ ਹੁੰਦੀ, ਤਦ ਤੱਕ ਥੱਲੇ ਕੁਝ ਨਹੀਂ ਠੀਕ ਹੋਣਾ ਹੈ। ਹੁਣ ਤੁਸੀਂ ਦੇਖੋ, ਸ਼੍ਰੋਮਣੀ ਅਕਾਲੀ ਦਲ ਦੇ ਵੀ ਪੁਰਾਣੇ ਸੀਨੀਅਰ ਨੇਤਾ ਨੇ, ਹਰੀਸ਼ ਟਾਂਡਾ, ਉਹਨਾਂ ਨੇ ਮੋਰਚਾ ਖੋਲ੍ਹਿਆ ਕਰਪਸ਼ਨ ਦੇ ਖਿਲਾਫ। ਵੂਮਨ ਟਰਸਟ ਦੇ ਵਿੱਚ ਕਿੰਨੇ ਘੁਟਾਲੇ ਹੋਏ ਨੇ। ਉਸ ਤੋਂ ਬਾਅਦ ਤੁਸੀਂ ਵੀ ਖੋਲ੍ਹਿਆ ਸੀ ਹੈਬੋਵਾਲ ਦੀਆਂ ਡਾਇਰੀਆਂ ਦਾ, ਫਿਰ ਤੁਸੀਂ ਇੱਥੇ ਨਜਾਇਜ਼ ਬਿਲਡਿੰਗਾਂ ਦਾ ਖੋਲ੍ਹਿਆ ਹੋਇਆ, ਫਿਰ BJP ਨੇ ਵੀ ਮੋਰਚਾ ਖੋਲ੍ਹਿਆ ਹੋਇਆ, ਤੇ ਇਹਨਾਂ ਦੇ ਸਿਰ ਤੇ ਕੋਈ ਅਸਰ ਨਹੀਂ ਹੋਇਆ। ਇੱਕ ਗੱਲ ਦਾ ਨਹੀਂ ਪਤਾ ਲੱਗਿਆ, ਜਦੋਂ ਧਰਨਾ ਮਾਰਿਆ ਨਾ ਮੈਂ ਜੂਨ 2020 ਦੇ ਵਿੱਚ, ਤੇ ਇਹਨਾਂ ਨੇ ਕੀ ਕੀਤਾ? ਕਹਿੰਦੇ ਜੀ ਅਸੀਂ ਖਾਲੀ ਕਰਾ ਲੈਂਦੇ ਜਗ੍ਹਾ। ਇਹ ਚਲੇ ਗਏ। ਇਹਨਾਂ ਨੇ ਕੀ ਕੀਤਾ? ਜਿਹੜੇ ਪਾਰਕ ਸੀ ਨਾ, ਪਾਰਕ ਇਹਨਾਂ ਨੇ ਉੱਥੇ ਬੋਰਡ ਲਾ ਕੇ, ਤੇ ਵੀ ਇਹ ਨਗਰ ਨਿਗਮ ਦੀ ਜਗ੍ਹਾ, ਜਿਹੜੇ ਪਲਾਟ ਦੱਬੇ ਹੋਏ ਸੀ ਨਾ, ਇਹਨਾਂ ਨੇ ਪਲਾਟ ਵਿਹਲੇ ਨਹੀਂ ਕਰਾਏ। ਮੈਂ ਪੁੱਛਿਆ ਵੀ ਪਲਾਟ ਵਿਹਲੇ ਨਹੀਂ ਕਰਾਏ? ਪਾਰਕ ਵੀ ਦੱਬੇ ਹੋਏ ਇੱਥੇ। ਪਾਰਕ ਹੈ ਨਾ ਵੀ ਜਿੱਥੇ ਕਿਤੇ ਇਨਕਰੋਚਮੈਂਟ ਸੀ ਮਾੜੀ ਮੋਟੀ, ਉਹ ਰਿਮੂਵ ਕਰ ਦਿੱਤੀ। ਤੇ ਜਿੱਥੇ ਕਿਤੇ ਉੱਥੇ ਪੋਲੀਟੀਕਲ ਬੰਦਿਆਂ ਦੇ ਉਹ ਪਏ ਆ ਸ਼ੈੱਡ ਗਾਵਾਂ ਦੇ, ਕੋਈ ਕਿਸੇ ਨੇ ਤੂੜੀ ਦੇ ਹੱਬ ਬਣਾਏ ਆ, ਕਿਸੇ ਨੇ ਕੁਛ ਸੁੱਟਿਆ, ਉਹ ਵਿਹਲੇ ਨਹੀਂ ਕਰਾਏ ਇਹਨਾਂ ਨੇ। ਉਹ ਫਿਰ ਹੱਸ ਕੇ ਦਿਖਾ ਦਿੰਦੇ ਇਹ ਸਾਡੇ ਕੋਲੋਂ ਕਿੱਥੋਂ ਹੋਣਾ। ਉਹ ਫਿਰ ਇਹਨਾਂ ਦਾ ਜਵਾਬ ਹੀ ਇਹੀ ਹੁੰਦਾ, ਸਾਡੇ ਕੋਲੋਂ ਕਿੱਥੋਂ ਹੋਣਾ। ਅੱਜ ਦੀ ਡੇਟ ਦੇ ਵਿੱਚ ਵੀ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਲੈਂਡ ਹੈ ਹੈਬੋਵਾਲ ਦੱਬੀ ਪਈ ਹੈ। ਚੈੱਕ ਕਰ ਲਓ, ਕਾਗਜ਼ ਮੇਰੇ ਕੋਲੋਂ ਲੈ ਲਓ, ਮੈਂ ਦੇ ਦਿੰਦਾ। 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਲੈਂਡ ਅੱਜ ਵੀ ਡੇਅਰੀ ਕੰਪਲੈਕਸ ਪਾਰਟ A ਔਰ ਪਾਰਟ 2 ਦੇ ਵਿੱਚ, ਪਾਰਟ A ਔਰ ਪਾਰਟ B ਦੇ ਅੱਜ ਵੀ 100 ਕਰੋੜ ਰੁਪਏ ਦੀ ਲੈਂਡ ਇਨਲੀਗਲ ਪੋਜੀਸ਼ਨ ਦੇ ਵਿੱਚ ਹੈ। ਤੇ ਸਰਕਾਰ ਨੂੰ ਪਤਾ ਨਹੀਂ ਹੈ, ਸੁੱਤੀ ਪਈ ਸਰਕਾਰ ਹੈ ਜੀ। ਕਰਿਓ ਜਰਾ ਕੈਮਰਾ ਵਾਲਾ ਜਾ। ਆਹ ਸਰਕਾਰ ਹੈ ਜੀ, ਇਹ ਨਗਰ ਨਿਗਮ ਦੀਆਂ ਪ੍ਰਾਪਰਟੀਆਂ ਦਾ ਵੇਰਵਾ। ਆ ਲਓ ਜੀ, ਕਿੰਨਾ ਚਾਹੀਦਾ? ਆਹ ਨਗਰ ਨਿਗਮ ਦੀਆਂ ਪ੍ਰਾਪਰਟੀਆਂ ਦਾ, ਇਹ ਪ੍ਰਾਪਰਟੀ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਨੇ, ਜਿਹੜੀਆਂ ਜਿਨ੍ਹਾਂ ਦਾ ਕਦੇ ਕਿਰਾਇਆ ਨਹੀਂ ਆਇਆ, ਜਿਨ੍ਹਾਂ ਚੋਂ ਕਈ ਇਨਲੀਗਲ ਪੋਜੈਸ਼ਨ ਦੀਆਂ ਨੇ। ਕਾਰਪੋਰੇਸ਼ਨ ਤੁਸੀਂ ਕਹਿੰਦੇ ਪਏ ਹੋ ਮਾਲੀ ਹਾਲਾਤ ਚੋਂ ਗੁਜ਼ਰ ਰਹੀ ਹੈ। ਫ੍ਰੀ ਹੈਂਡ ਦੇ ਕੇ ਬਿਠਾਓ ਤਾਂ ਮੈਨੂੰ, ਜੇ ਮੈਂ 5000 ਕਰੋੜ ਰੁਪਈਆ ਨਾਲ ਇਕੱਠਾ ਕਰ ਦਿਆਂ ਇਹਨਾਂ ਨੂੰ 1 ਸਾਲ ਦੇ ਅੰਦਰ ਅੰਦਰ, ਇਹ ਕੀ ਸੋਚਦੇ ਪਏ ਨੇ? ਟਰਾਂਸਪੋਰਟ ਨਗਰ ਦੇ ਬੂਥ ਇਹਨਾਂ ਦੇ ਦੱਬੇ ਪਏ, ਹਾਈ ਕੋਰਟ ਨੇ ਇਹਨਾਂ ਨੂੰ ਆਰਡਰ ਕੀਤੇ ਪਏ। ਇਹ ਕਿੰਨੇ ਕੁ ਕਾਗਜ਼ ਹੋਣਗੇ ਤੁਸੀਂ ਸੋਚੋ। ਤੁਸੀਂ ਜਿੱਦਾਂ ਗੱਲ ਕੀਤੀ ਹੈ, ਮੈਨੂੰ ਫ੍ਰੀ ਹੈਂਡ ਦਿਓ। ਤੁਹਾਨੂੰ ਯਾਦ ਹੋਣਾ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਇਹ ਮਹਿਕਮਾ ਦਿੱਤਾ ਗਿਆ ਸੀ, ਉਹ ਵੀ ਲੁਧਿਆਣੇ ਆ ਕੇ ਇਹ ਗੱਲ ਕਰ ਰਿਹਾ ਸੀ, ਕਰ ਰਿਹਾ ਸੀ। ਲੇਕਿਨ ਉਹ ਆਪਾਂ ਉਹਦੀ ਕਾਰਗੁਜ਼ਾਰੀ ਦੀ ਗੱਲ ਕਰਦੇ, ਉਹਨੇ ਵੀ ਖੁਲਾਸੇ ਕੀਤੇ ਸੀ, ਲੁਧਿਆਣੇ ਦੇ ਕਈ ਪਿੰਨ ਪੁਆਇੰਟ ਕੀਤੇ ਸੀ। 80 ਤੋਂ 90 ਤਕਰੀਬਨ ਬਿਲਡਿੰਗਾਂ ਵੀ ਨਜਾਇਜ਼ ਬਣੀਆਂ। ਇਸ ਤਰੀਕੇ ਨਾਲ ਕਾਰਪੋਰੇਸ਼ਨ ਨੂੰ ਜਿਹੜੀ ਮਾਲੀ ਹਾਲਤ ਜਿਹੜੀ ਕਾਰਪੋਰੇਸ਼ਨ ਦੀ ਸਹੀ ਹੋ ਸਕਦੀ ਆ। 5000 ਕਰੋੜ ਰੁਪਈਆ ਮੈਂ ਵੀ ਉਹ ਕਹਿੰਦਾ ਸੀ ਮੈਂ ਰੈਵਨਿਊ ਦਿਵਾ ਸਕਦਾ। ਉਹ ਕਹਿੰਦਾ ਸੀ ਸਾਡਾ ਸਟਰਕਚਰ ਹੀ ਗਲਤ ਚੱਲ ਰਿਹਾ। ਉਹ ਆਪ ਖੁਦ ਮੰਨ ਰਿਹਾ ਸੀ ਸਰਕਾਰ ਦਾ। ਜੇ ਉਹਦਾ ਸਟਰਕਚਰ ਗਲਤ ਚੱਲਦਾ ਪਿਆ ਸੀ, ਉਹ ਆਪ ਤੇ ਠੀਕ ਸੀ। ਉਹ ਡੀਓ ਲਿਖ ਕੇ ਭੇਜੀ ਜਾਂਦਾ ਵਿਜੀਲੈਂਸ ਨੂੰ, ਤਾਂ ਹੱਥ ਫੜਿਆ ਸੀ ਕਿਸੇ ਨੇ? ਡੀਓ ਲਿਖ ਕੇ ਭੇਜਦਾ ਇੱਕ ਸਟੇਟ ਵਿਜੀਲੈਂਸ ਨੂੰ, ਇੱਕ ਮੁੱਖ ਮੰਤਰੀ ਨੂੰ, ਇੱਕ ਕਾਪੀ ਕਰ ਦਿੰਦਾ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਨੂੰ। ਕਿਸੇ ਨੇ ਹੱਥ ਰੋਕਿਆ ਸੀਗਾ? ਹੁਣ ਤਾਂ ਘਰ ਬਹਿਣਾ ਪੈ ਗਿਆ। 2.5 ਸਾਲ ਨੂੰ ਤਾਂ ਘਰ ਬਹਿਣਾ ਪੈ ਗਿਆ। ਕਾਹਦੇ ਲਈ ਬਹਿਣਾ ਪੈ ਗਿਆ ਜੀ? ਉਹ ਕਹਿੰਦਾ ਮੈਨੂੰ ਤਾਂ ਘਰ ਬਹਿਣਾ ਪੈ ਗਿਆ, ਮੈਂ ਜੋ ਕਹਿੰਦਾ ਸੀ ਮੇਰਾ ਹੁੰਦਾ ਨਹੀਂ ਸੀ ਪਿਆ।
ਇਸੇ ਕਰਕੇ ਉਹਨੇ ਦੁਬਾਰਾ ਪੋਸਟ ਕੋਈ ਨਹੀਂ ਲਈ। ਇਹਦਾ ਮਤਲਬ ਹੈ ਵੀ ਜਿਸ ਤਰ੍ਹਾਂ ਕਰਪਸ਼ਨ ਤੁਸੀਂ ਦਾ ਲੈਵਲ ਕਹਿੰਦੇ ਦੇਖ ਲਓ ਹੋ, ਫਿਰ। ਹਾਂਜੀ, ਇਸ ਵਾਰ ਦਾ ਮਤਲਬ ਆ ਵੀ ਜੇ ਉਸ ਲੈਵਲ ਦਾ ਬੰਦਾ ਜਿਹੜਾ ਸਰਕਾਰ ਦੇ ਵਿੱਚ ਮੰਤਰੀ ਹੋਵੇ, ਉਹ ਜੇ ਕੁਛ ਚੀਜ਼ ਉਜਾਗਰ ਕਰਨਾ ਚਾਹਵੇ ਤੇ ਉਹਦਾ ਵੀ ਹੱਥ ਖਿੱਚ ਲਿਆ ਜਾਂਦਾ। ਤੇ ਤੁਸੀਂ ਜਿੱਦਾਂ ਕਹਿ ਰਹੇ ਹੋ ਵੀ ਮੇਰੇ ਇੰਨੇ ਮਾਮਲੇ ਮੈਂ ਦਾਤੇ ਆ, ਮੈਨੂੰ ਹਾਲੇ ਤੱਕ ਸਫਲਤਾ ਨਹੀਂ ਮਿਲੀ, ਇਹ ਕਦੋਂ ਤੱਕ ਇਹ ਲੱਗਦਾ ਤੁਹਾਨੂੰ ਕਦੋਂ ਤੱਕ ਇਹ ਮੁੱਕ ਸਕਦਾ ਕਦੇ ਭ੍ਰਿਸ਼ਟਾਚਾਰ? ਮੈਂ ਤੁਹਾਨੂੰ ਪਹਿਲਾਂ ਕਿਹਾ ਜੀ, ਇੱਥੇ ਹਰ ਸੀਟ ਦਾ ਅਫਸਰ ਦੀ ਮੁੱਲ ਆ, ਹਰ ਟਰਾਂਸਫਰ ਦੇ ਪੈਸੇ ਨੇ ਜੀ, ਠੀਕ ਹੈ ਨਾ ਜੀ। ਜਦ ਤੱਕ ਇਹ ਚੀਜ਼ ਖਤਮ ਨਹੀਂ ਹੁੰਦੀ ਤਦ ਤੱਕ ਇਹ, ਜਦੋਂ ਉੱਤੇ ਮੰਤਰੀ ਨੇ ਪੈਸੇ ਨਹੀਂ ਨਾ ਲਿੱਤੇ ਹੋਣਗੇ, ਉਹ ਅੱਖਾਂ ਕੱਢ ਕੇ ਕਹੂਗਾ ਵੀ ਤੁਹਾਡੇ ਤੋਂ ਲਿੱਤਾ ਕੁਛ ਨਹੀਂ ਹੈਗਾ, ਕੰਮ ਕਰੋ ਇਮਾਨਦਾਰੀ ਨਾਲ, ਨਹੀਂ ਕਰੋਗੇ ਕੈਰੀਅਰ ਤਬਾਹ ਕਰ ਦੂੰਗਾ, ਉਦੋਂ ਹੋਣਾ ਸੁਧਾਰ, ਉਨੀ ਦੇਰ ਸੁਧਾਰ ਨਹੀਂ ਹੋਣਾ। ਤੁਸੀਂ ਸਮਝਦੇ ਹੋ ਕਿ ਪੂਰਾ ਸਿਸਟਮ ਹੀ ਜਿਹੜਾ ਹੈ ਉਹ ਕਰਪਟ ਹੈ। ਜਦ ਤੱਕ ਸਿਸਟਮ ਨੂੰ ਸਹੀ ਨਹੀਂ ਕੀਤਾ ਜਾਂਦਾ ਤਦ ਤੱਕ ਇਹ ਭ੍ਰਿਸ਼ਟਾਚਾਰੀ ਜਿਹੜਾ ਹੈ ਉਹ ਖਤਮ ਨਹੀਂ ਹੋ ਸਕਦਾ। ਇਹਨੂੰ ਨਹੀਂ ਪਤਾ, ਮੇਰੀ ਇੱਕ ਗੱਲ ਸੁਣੋ, ਲੋਕ ਸੋਸ਼ਲ ਮੀਡੀਆ ਤੇ ਇੰਨੀ ਭੜਾਸ ਕੱਢਦੇ ਆ, ਮੇਰੀ ਗੱਲ ਸੁਣੋ। ਜੋ ਹਾਲਾਤ ਲੱਗ ਰਹੇ ਨੇ ਇਸ ਵੇਲੇ ਪੋਲੀਟੀਕਲ ਪਾਰਟੀਆਂ ਦੇ, ਮੈਨੂੰ ਤਾਂ ਅਸੀਂ ਕੀ ਵਿਚਾਰ ਦੇਣੇ ਨੇ ਆਪਣੇ ਪਤਾ ਹੀ ਆ, ਤੁਹਾਨੂੰ ਵੀ ਮੀਡੀਆ ਪਰਸਨ, ਤੁਹਾਨੂੰ ਵੀ ਪਤਾ ਹੀ ਨੇ, ਠੀਕ ਹੈ ਨਾ ਜੀ। ਆ ਜ਼ਿਆਦਾ ਨਹੀਂ ਤਾਂ ਮੇਰੇ ਖਿਆਲ ਦਾ 3-4 ਹਜ਼ਾਰ ਕਰੋੜ ਦੀ ਪ੍ਰਾਪਰਟੀ ਤਾਂ ਮੈਂ ਰੱਖੀ ਬੈਠਾ ਜਿਹੜੀ ਦੱਬੀ ਹੋਈ ਆ, ਤੇ 2.5-3 ਹਜ਼ਾਰ ਕਰੋੜ ਰੁਪਏ ਦੀ ਪ੍ਰਾਪਰਟੀ ਦੀ ਹੋਰ ਡਿਟੇਲ ਪਈ ਆ। ਕਰਾ ਲੈਣ ਵੇਲੀ, ਨਹੀਂ ਵੇਲੀ ਕਰਾ ਹੁੰਦੀ, ਤੁਸੀਂ ਉਹਨਾਂ ਕੋਲੋਂ ਯਕਮੁਸ਼ਤ ਪੈਸੇ ਲੈ ਕੇ ਉਹਨਾਂ ਨੂੰ ਜੋ ਰੇਟ ਆ ਕਰਕੇ ਉਹਨਾਂ ਦੀਆਂ ਰਜਿਸਟਰੀਆਂ ਉਹਨਾਂ ਦੇ ਨਾਂ ਤੇ ਕਰੋ ਤੇ ਪੈਸੇ ਜਮ੍ਹਾਂ ਕਰਾਓ ਕਾਰਪੋਰੇਸ਼ਨ ਦੇ ਖਾਤੇ 'ਚ। ਕੌਣ ਬੰਦਾ ਚਾਹੁੰਦਾ ਕਿ ਮੈਂ ਇਨਲੀਗਲ ਤਰੀਕੇ ਨਾਲ ਬੈਠਾ ਰਹਾਂ? ਮੇਰੀ ਗੱਲ ਸੁਣੋ। ਪਰ ਸਵਾਲ ਇਹ ਹੈ ਨਾ ਕਿ ਤੁਸੀਂ ਮਨਸ਼ਾ ਕੀ ਆ? ਅੱਜ ਤੁਸੀਂ ਮੰਨ ਲਓ ਕਿਸੇ ਵਾਰਡ ਦੇ ਵਿੱਚ ਪਾਣੀ ਸੀਵਰੇਜ ਦੇ ਬਿੱਲ ਭਿਜਵਾ ਦਿਓ, ਉਹ ਕਾਉਂਸਲਰ ਤੜਪ ਜੂਗਾ, ਮੇਰੇ ਵਾਰਡ ਦੇ ਵਿੱਚ ਕਿਉਂ ਨੋਟਿਸ ਆ ਗਏ? ਕੁਝ ਲੋਕਾਂ ਦੀ ਵੀ ਗਲਤੀ ਆ, ਮੈਂ ਕਹੂੰਗਾ ਇਹਦੇ ਵਿੱਚ ਲੋਕਾਂ ਨੂੰ ਚਾਹੀਦਾ ਵੀ ਜੋ ਟੈਕਸ ਬਣਦਾ ਦੇ ਦਿਓ। ਹੁਣ ਉਹ ਲੋਕ ਵੀ ਸੱਚੇ ਨੇ ਵੀ ਅਸੀਂ ਕਾਹਦੇ ਦਈਏ, ਅਸੀਂ ਦਿਨੇ 100 ਆ, ਲੱਗਦੇ ਸਾਡੇ 10 ਆ, 90 ਅਫਸਰ ਖਾ ਜਾਂਦੇ ਆ। ਇੱਥੇ ਤਾਂ ਮਤਲਬ ਹਰ ਸਵਾਲ ਦੇ ਉੱਤੇ ਸਵਾਲ। ਲਾਸਟ ਕੀ ਕਹਿਣਾ ਚਾਹੋਗੇ ਤੁਸੀਂ ਵੀ ਥੋੜਾ ਬਹੁਤ, ਚਲੋ ਮੈਨੂੰ ਲੱਗਦਾ ਨਹੀਂ ਹੈ ਵੀ 100% ਕਿਸੇ ਵੀ ਡਿਪਾਰਟਮੈਂਟ 'ਚ ਭ੍ਰਿਸ਼ਟਾਚਾਰ ਖਤਮ ਹੋ ਸਕਦਾ, ਵੀ ਤੁਸੀਂ ਸਮਝਦੇ ਹੋ ਕੁਛ ਤਾਂ ਕਹਿੰਦੇ ਨਾ ਹੁੰਦੀ ਆ ਨੁਕਤੇ ਵੀ ਇਸ ਤਰੀਕੇ ਨਾਲ ਭ੍ਰਿਸ਼ਟਾਚਾਰ ਖਤਮ ਹੋ ਸਕਦਾ, ਕਿਉਂਕਿ ਤੁਹਾਡਾ ਬਹੁਤ ਵੱਡਾ ਤਜਰਬਾ ਇਹਦੇ ਵਿੱਚ ਤੁਸੀਂ ਪਏ ਹੋਏ ਨੇ। ਆਮ ਆਦਮੀ ਨਹੀਂ ਪਿਆ ਜਿੰਨਾ ਕਿ ਤੁਸੀਂ ਪਏ ਹੋ। ਤੁਸੀਂ ਇਹ ਜਿਹੜੀ ਫਾਈਲਾਂ ਦਿਖਾਈਆਂ, ਕਰੋੜਾਂ ਰੁਪਏ ਦਾ ਘਪਲਾ ਦਿਖਾਇਆ, ਕੀ ਸਮਝਦੇ ਵੀ ਕੀ ਹੋਣਾ ਚਾਹੀਦਾ ਜਿਹਦੇ ਨਾਲ ਥੋੜਾ ਬਹੁਤ ਸਰਕਾਰਾਂ ਨੂੰ ਜਾਂ ਇਹ ਡਿਪਾਰਟਮੈਂਟਾਂ ਦੇ ਵਿੱਚ ਕੋਈ ਪਾਰਦਰਸ਼ੀ ਆਊਗੀ? ਜਿਹੜੀਆਂ ਇਨਵੈਸਟੀਗੇਟਿੰਗ ਏਜੰਸੀਆਂ ਨੇ ਜੀ, ਚਾਹੇ ਉਹ ਸਟੇਟ ਵਿਜੀਲੈਂਸ ਹੈ ਜਾਂ ਇਹਨਾਂ ਦੀਆਂ ਜਿਹੜੀਆਂ ਇਨਵੈਸਟੀਗੇਟਿੰਗ ਏਜੰਸੀਆਂ ਨੇ ਜਿਹੜੀਆਂ ਇਹਨਾਂ ਨੂੰ ਰਿਪੋਰਟਸ ਬਣਾ ਕੇ ਭੇਜਦੀਆਂ ਇੱਥੋਂ, ਉਹਨਾਂ ਨੂੰ ਫ੍ਰੀ ਹੈਂਡ ਦੇਣਾ ਚਾਹੀਦਾ ਥੋੜਾ ਜਿਹਾ। ਓਕੇ, ਫਿਰ ਇਹ ਕੁਛ, ਔਰ ਜਿਹੜੇ ਪੋਲੀਟੀਸ਼ੀਅਨ ਨੇ ਇਹਨਾਂ ਨੂੰ ਥੋੜਾ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ, ਬਿਊਰੋਕ੍ਰੇਸੀ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ। ਮੁਤੈਤ ਅਫਸਰ ਦੀ ਕੋਈ ਜ਼ਰੂਰਤ ਨਹੀਂ ਹੈਗੀ ਕੋਈ ਕਰਪਸ਼ਨ ਕਰ ਜਾਵੇ ਜੇ ਤੁਹਾਡੀ ਬਿਊਰੋਕ੍ਰੇਸੀ ਔਰ ਤੁਹਾਡੇ ਪੋਲੀਟੀਸ਼ੀਅਨ ਇਮਾਨਦਾਰ ਨੇ, ਠੀਕ ਆ। ਤੁਸੀਂ ਗਲਤ ਕਰ ਲਓ। ਹੁਣ ਸ਼ਹਿਰ ਦਾ ਤਾਂ ਬੇੜਾ ਕਰਕੇ ਪਿਆ, ਮੈਨੂੰ ਦੱਸੋ ਕਿਹੜੀ ਲੁਧਿਆਣੇ 'ਚ ਜੇ ਇਸ ਵੇਲੇ 800 ਬਿਲਡਿੰਗ ਬਣਦੀ ਤਾਂ 800 ਚੋਂ 750 ਤਾਂ ਗਲਤ ਹੋਣੀ ਹੈ, ਕਿਹਨੂੰ ਨਹੀਂ ਪਤਾ ਇਸ ਗੱਲ ਦਾ, ਠੀਕ ਆ। ਲੋਕਪਾਲ ਸਾਹਿਬ ਨੇ ਆਰਡਰ ਕੀਤੇ ਹੋਏ ਨੇ, ਠੀਕ ਆ, ਹਾਈ ਕੋਰਟ ਨੇ ਆਰਡਰ ਕੀਤੇ ਹੋਏ ਨੇ, ਫਿਰ ਵੀ ਬਣੀ ਜਾਂਦੀ ਹੈ। ਕੌਣ ਬਣਵਾ ਰਿਹਾ? ਪੋਲੀਟੀਸ਼ੀਅਨ ਬਣਵਾ ਰਹੇ ਨੇ, ਜਿਨ੍ਹਾਂ 'ਚ ਪੋਲੀਟੀਸ਼ੀਅਨਾਂ ਦਾ ਇੰਟਰਸਟ ਆ ਉਹ ਬਣਵਾ ਰਹੇ ਨੇ। ਕੁਝ ਫਿਰ ਬਿਊਰੋਕਰੇਟਸ ਦੀਆਂ ਬਣਦੀਆਂ, ਕੁਝ ਫਿਰ ਇਹਨਾਂ ਦੀਆਂ ਆਪਣੀਆਂ ਵੀ ਹੁੰਦੀਆਂ। ਸਾਰਾ ਕੁਝ ਮਿਕਸ ਐਂਡ ਮੈਚ ਚੱਲੀ ਜਾਂਦਾ। ਇਸੇ ਤਰੀਕੇ ਦੇ ਨਾਲ ਪੀਐਨਆਰ ਬਣਦਾ, ਇਸੇ ਤਰੀਕੇ ਨਾਲ ਕਿਸੇ ਦੀ ਜ਼ਰੂਰਤ ਹੈ ਸੜਕਾਂ ਦੇ ਉੱਤੇ ਸਮਾਨ ਰੱਖ ਜਵੇ ਤੇ ਉਹ ਕੁਝ ਦੁਕਾਨਦਾਰ ਰੱਖਦੇ ਨੇ ਇਹਨਾਂ ਦੀ ਸ਼ੈ ਦੇ ਉੱਤੇ, ਕੁਝ ਉਹ ਫਿਰ ਲੀਡਰਾਂ ਦੀ ਸ਼ੈ ਹੋ ਜਾਂਦੀ ਹੈ। ਬਸ ਇਹੀ ਕੁਝ ਚੱਲੀ ਜਾਂਦਾ। ਹੁਣ ਮੈਂ ਇੱਕ ਗੱਲ ਕਰਦਾ, ਕਿੱਡਾ ਵੱਡਾ ਇਸ਼ੂ ਆ ਗਰਾਊਂਡ ਵਾਟਰ ਦਾ, ਸਾਡਾ ਪਾਣੀ ਥੱਲੇ ਆ ਚ ਗਿਰ ਰਿਹਾ। ਕਾਰਪੋਰੇਸ਼ਨ ਵਾਲੇ ਤੁਹਾਨੂੰ ਪਤਾ ਰੇਨ ਹਾਰਵੈਸਟਿੰਗ ਦਾ 50,000 ਰੁਪਇਆ ਜਮ੍ਹਾਂ ਕਰਾ ਦਿੰਦੇ ਆ, ਤੇ ਅੱਜ ਤੱਕ ਕਿੰਨੇ ਰੇਨ ਹਾਰਵੈਸਟਿੰਗ ਦੇ ਉਹਨਾਂ ਨੇ ਪਿੱਟ ਪਵਾਏ ਆ। ਵੀ ਇਹਦਾ ਮਤਲਬ ਤੁਸੀਂ 50,000 ਦੇ ਕੇ ਬਰੀ ਹੋ ਜਾਓ, 50,000 ਰੁਪਇਆ ਕਾਰਪੋਰੇਸ਼ਨ ਨੇ ਜਮ੍ਹਾਂ ਕਰ ਲਿਆ। ਅਸੂਲਨ ਤਾਂ ਜਿਸ ਬੰਦੇ ਨੇ ਬਿਲਡਿੰਗ ਬਣਾਈ ਆ ਉਹਨੇ ਰੇਨ ਹਾਰਵੈਸਟਿੰਗ ਪੁਆਇੰਟ ਬਣਾ ਕੇ ਉਹਨੂੰ ਟੋਟਲ ਆਪਰੇਸ਼ਨਲ ਕਰਕੇ ਉਹ 50,000 ਰੁਪਇਆ ਰਿਫੰਡ ਲੈਣਾ, ਰਿਫੰਡ ਲੈਣਾ। ਉਹਦੇ ਰਿਫੰਡ ਲੈਣ ਕਿੰਨੇ ਬੰਦੇ ਗਏ? ਅੱਜ ਤੱਕ ਤਾਂ ਕੋਈ ਗਿਆ ਨਹੀਂ ਹੈਗਾ। ਲੱਖਾਂ ਰੁਪਇਆ ਇਹ ਰੇਨ ਹਾਰਵੈਸਟਿੰਗ ਦਾ ਪਿਆ। ਉਹਨਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਵੀ ਅਸੀਂ ਜੇ ਉਹਨੇ ਨਹੀਂ ਬਣਾਇਆ ਅਸੀਂ ਵੀ ਬਣਾ ਦਈਏ ਉਹਦੇ ਜਾ ਕੇ, ਪੈਸਾ ਤਾਂ ਅਗਲਾ ਜਮ੍ਹਾਂ ਕਰਾ ਗਿਆ ਤੇ ਇਹਦਾ ਖਮਿਆਜਾ ਕਿਹਨੂੰ ਭੁਗਤਣਾ ਪੈਣਾ? ਸਾਡੀ ਆਉਣ ਵਾਲੀ ਪੀੜ੍ਹੀ ਨੂੰ ਭੁਗਤਣਾ ਪੈਣਾ। ਰੁਕੋ ਤੁਸੀਂ ਹੋਰ 15-20 ਸਾਲ, ਪਤਾ ਲੱਗ ਜਾਊਗਾ। ਮੈਂ ਲਾਸਟ ਕੁਐਸਚਨ ਕਿ ਰੋਹਿਤ ਅਗਰਵਾਲ ਇਸ ਆਰਟੀ ਐਕਟਿਵਿਸਟ ਹੋਣ ਦੇ ਨਾਤੇ ਕਿ ਸਮਝਦਾ ਮੈਂ ਤੁਸੀਂ ਲੋਕਾਂ ਦੀ ਭਲਾਈ ਵਾਸਤੇ ਕੰਮ ਕਰ ਰਹੇ ਹੋ, ਕਿੱਥੇ ਤੱਕ ਸਫਲ ਹੋਏ ਹੋ? ਲਾਸਟ ਸਫਲਤਾ ਕਈ ਮੈਟਰਸ ਦੇ ਵਿੱਚ ਤਾਂ ਬਿਯੋਂਡ ਮਿਲੀ ਆ। ਜਿਵੇਂ ਮੈਂ ਫੀਸ ਐਕਟ ਬਣਵਾਇਆ, ਪਹਿਲਾਂ ਫੀਸਾਂ ਚਾਰਜ ਕਰੀ ਜਾਂਦੇ ਸੀ, ਲੇਕਿਨ
ਅਫਸਰ ਜਾਂ ਪੋਲੀਟੀਸ਼ੀਅਨ ਹੁਣ ਉਹਦੇ ਉੱਤੇ ਦੀ ਵੀ ਹੋਵੇ। ਅਸੀਂ ਇੱਕ ਬਿਮਾਰੀ ਦਾ ਇਲਾਜ ਲੈ ਕੇ ਆਨੇ ਆ, ਇਹ ਉੱਤੋਂ ਦੀ ਬਿਮਾਰੀ ਲੈ ਆਉਂਦੇ ਆ, ਫਿਰ ਉਹਦਾ ਇਲਾਜ ਲੈ ਕੇ ਆਨੇ, ਫਿਰ ਉਹਦੇ ਉੱਤੋਂ ਦੀ ਬਿਮਾਰੀ ਲੈ ਆਉਂਦੇ ਆ। ਸਵਾਲ ਇਹ ਹੈ ਕਿ ਅਸੀਂ ਜਦੋਂ ਇਲਾਜ ਲੈ ਕੇ ਆਨੇ ਆ ਨਾ, ਇਹ ਉੱਤੇ ਦੀ ਬਿਮਾਰੀ ਨਾ ਲੈ ਕੇ ਆ, ਸਿਸਟਮ ਆਪੇ ਸੁਧਰ ਜਾਊਗਾ। ਜੇ ਅਸੀਂ ਆਰਡਰ ਕਰਾਏ ਆ ਕਿ ਕੋਈ ਬੰਦਾ ਇਹ ਚੰਦਾ ਨਹੀਂ ਲਊਗਾ, ਮੰਨ ਲਓ ਸਕੂਲਾਂ ਦੇ ਵਿੱਚ, ਠੀਕ ਹੈ ਨਾ, ਉਹ ਚੰਦੇ ਦਾ ਨਾ ਕੁਝ ਹੋਰ ਰੱਖ ਲੈਣਗੇ, ਕੁਝ ਐਸਾ ਫੰਡ ਰੱਖ ਲੈਣਗੇ, ਸਿਸਟਮ ਕੋਈ ਨਾ ਕੋਈ ਆਪਣਾ ਜੇਬ ਭਰਨ ਲਈ ਕੋਈ ਨਾ ਕੋਈ ਬਣਾ ਲੈਂਦੇ। ਠੀਕ ਹੈ, ਹੁਣ ਜਦ ਤੱਕ ਉਹ ਚੀਜ਼ਾਂ ਹੱਲ ਨਹੀਂ ਨਾ ਹੁੰਦੀਆਂ, ਤਦ ਤੱਕ ਇਹ ਐਂਡਲੈਸ ਕੰਮ ਹੈ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ ਰੋਹਿਤ ਜੀ ਤੁਹਾਡਾ। ਸਭਰਵਾਲ ਸਾਹਿਬ, ਜਿਸ ਤਰੀਕੇ ਨਾਲ ਸਭਰਵਾਲ ਸਾਹਿਬ ਨੇ ਦੱਸਿਆ ਕਿ ਸਿਸਟਮ ਜਦ ਤੱਕ ਸਹੀ ਨਹੀਂ ਹੋਏਗਾ, ਜਦ ਤੱਕ ਏਜੰਸੀਆਂ ਪਾਰਦਰਸ਼ੀ ਨਹੀਂ ਹੋਣਗੀਆਂ, ਜਦ ਤੱਕ ਰਿਸਪੌਂਸਿਬਿਲਿਟੀ ਕਿਸੇ ਦੀ ਫਿਕਸ ਨਹੀਂ ਕਰਨਗੀਆਂ, ਜਿਨਨੇ ਘਪਲਾ ਕੀਤਾ ਉਹਦੇ ਤੇ ਐਕਸ਼ਨ ਜਾਂ ਕਾਰਵਾਈ ਨਹੀਂ ਹੋਏਗੀ, ਤਦ ਤੱਕ ਇਹ ਸਿਸਟਮ ਇੱਦਾਂ ਦਾ ਇੱਦਾਂ ਹੀ ਚੱਲਦਾ ਰਹਿਣਾ। ਔਰ ਲੋਕਾਂ ਦੇ ਜਿਹੜੇ ਪੈਸੇ ਆ ਉਹ ਐਸੇ ਤਰੀਕੇ ਨਾਲ ਅਫਸਰਾਂ ਦੀ ਜੇਬਾਂ 'ਚ ਜਾਂਦੇ ਰਹਿਣਗੇ। ਤੇ ਮਹਾਨਗਰ ਲੁਧਿਆਣੇ ਦੀ ਗੱਲ ਕਰੀਏ ਤੇ ਮਹਾਨਗਰ ਲੁਧਿਆਣੇ ਦਾ ਅੱਜ ਉਹਨਾਂ ਨੇ ਖੁਲਾਸਾ ਕਰ ਦਿੱਤਾ, ਕਰੋੜਾਂ ਰੁਪਏ ਦੀਆਂ ਜ਼ਮੀਨਾਂ ਪਈਆਂ, ਕਰੋੜਾਂ ਰੁਪਏ ਦੇ ਜਿਹੜੇ ਘਪਲੇ ਹੋ ਰਹੇ ਨੇ, ਔਰ ਕਰੋੜਾਂ ਰੁਪਏ ਬਗੈਰ ਕਿਸੇ ਗੱਲ ਤੋਂ ਲੱਗ ਰਹੇ ਨੇ। ਉਹਨਾਂ ਦਾ ਜਵਾਬਦੇਹੀ ਕੌਣ ਹੈ? ਕੀ ਸਰਕਾਰ ਹੈ ਜਾਂ ਪ੍ਰਸ਼ਾਸਨ ਹੈ ਜਾਂ ਨਗਰ ਨਿਗਮ ਦੇ ਕੋਈ ਅਫਸਰ ਹੈ? ਕੌਣ ਦੇਗਾ? ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦਰਸ਼ਕਾਂ ਨੂੰ ਇਹ ਕਹਿਣਾ ਚਾਹਾਂਗੇ, ਜੋ ਵੀ ਸਾਡੀ ਚਰਚਾ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਵੀ ਜਿਹੜੀ ਸਲਾਹ ਹੋਵੇ, ਜਿਹੜਾ ਸਵਾਲ ਹੋਵੇ, ਜ਼ਰੂਰ ਸਾਨੂੰ ਕਮੈਂਟ ਬਾਕਸ ਵਿੱਚ ਦਿਓ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਇਹ ਮੁੱਦਾ ਜਦੋਂ ਕਿਸੇ ਨੇ ਡਿਸਕਸ ਕਰੀਏ ਤੇ ਉਹਦੇ ਵਿੱਚ ਸਵਾਲ ਰੱਖ ਸਕੀਏ। ਕੈਮਰਾਮੈਨ ਵਿਕਾਸ ਦੇ ਨਾਲ ਰਾਜੇਸ਼ ਮਹਿਰਾ, ਸਿਟੀ ਆਫ ਨਿਊਜ਼ ਲੁਧਿਆਣਾ।